ਉਹ ਸਾਦੇ ਜੇ ਚਿਹਰੇ ਦਿਖਣ ਵਾਲੇ ਖੁੱਲੀਆਂ ਦਾੜੀਆਂ ਵਾਲੇ ਜਿਹੜੇ ਕਿਸਾਨ ਸਾਡੇ ਹੈਗੇ ਨੇ, ਉਹਨਾਂ ਨੇ ਗਵਰਨਮੈਂਟ ਨੂੰ, ਗਵਰਨਮੈਂਟ ਦੇ ਮੰਤਰੀਆਂ ਨੂੰ ਤੇ ਗਵਰਨਮੈਂਟ ਦੇ IAS ਅਫਸਰਾਂ ਨੂੰ ਪੜ੍ਹਨੇ ਪਾਤਾ। ਉਹਨਾਂ ਦੇ ਮੂੰਹ 'ਚ ਉਂਗਲਾਂ ਪਵਾਤੀਆਂ। ਉਹਨਾਂ ਨੇ ਸਾਬਤ ਕਰਤਾ ਕਿ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਪੜ੍ਹੇ ਆ, ਰੜੇ ਆ ਤੇ ਕਾਨੂੰਨ ਦੀ ਗੱਲ ਜਿਹੜੀ ਕਲੌਜ਼ ਬਾਈ ਕਲੌਜ਼ ਕਰਕੇ ਦੇਖੋ। ਪਹਿਲੀ ਵਾਰ ਦੇਖ ਰਿਹਾ ਮੈਂ ਅਸੀਂ ਇਹ ਜਿਹੜੀ ਅੜੀ ਵਾਲੀ ਗੱਲ ਆ ਜੀ। ਅੜੀ ਤਾਂ ਉਹ ਹੁੰਦੀ ਆ ਵੀ ਗੱਲ ਸਾਫ਼ ਨਹੀਂ ਹੋਈ, ਗੱਲ 'ਚ ਕੋਈ ਹਜੇ ਕੋਈ ਦਮ ਨਹੀਂ ਰਿਹਾ, ਗੱਲ ਕਲੀਅਰ ਨਹੀਂ ਹੋਈ, ਉਸ ਗੱਲ ਨੂੰ ਤਾਂ ਅੜੀ ਕਹਿ ਸਕਦੇ ਆ ਜੀ। ਕਿੰਨੇ ਗੇਟ ਦੀਆਂ ਜਿਹੜੀਆਂ ਗੱਲਬਾਤ ਹੋ ਗਈ ਸਰਕਾਰ ਦੇ ਨਾਲ, ਮੰਤਰੀਆਂ ਦੇ ਨਾਲ, ਹਰੇਕ ਮੀਟਿੰਗ ਦੇ ਵਿੱਚ ਉਹਨਾਂ ਨੂੰ ਮਤਲਬ ਕੋਈ ਕਿਸੇ ਗੱਲ ਦਾ ਜਵਾਬ ਨਹੀਂ ਆਇਆ। ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਮੈਂ ਜ਼ਿਕਰ ਕੀਤਾ, ਜਿੱਦਾਂ ਉਹਨਾਂ ਦੋਹਾਂ ਮੰਤਰੀਆਂ ਨੂੰ ਕਿਹਾ, ਉਹਨਾਂ ਬਾਰੇ ਕਿਹਾ ਗਿਆ ਕਿਸਾਨਾਂ ਨੂੰ ਕਿ ਦੋਹਾਂ ਮੰਤਰੀਆਂ ਦੀ ਗੱਲ ਸੁਣੋ। ਕਿਸਾਨ ਕਹਿ ਰਿਹਾ ਕਿ ਕਾਨੂੰਨ ਰੱਦ ਕਰੋ। ਦੇਸ਼ ਦੇ ਕਰੋੜਾਂ ਕਿਸਾਨ ਜਿਹੜੀ ਆਵਾਜ਼ ਉਠਾ ਰਹੇ ਹੈ, ਦੋਹਾਂ ਮੰਤਰੀਆਂ ਨੂੰ ਉਹ ਗੱਲ ਸੁਣਨੀ ਚਾਹੀਦੀ ਹੈ ਜਾਂ ਦੋਹਾਂ ਮੰਤਰੀਆਂ ਦੀ ਗੱਲ ਕਰੋੜਾਂ ਕਿਸਾਨਾਂ ਨੂੰ ਸੁਣਨੀ ਚਾਹੀਦੀ ਹੈ। ਇੱਕੋ ਗੱਲ ਦਾ ਉਹਨਾਂ ਦਾ ਜੋ ਹੈਗਾ ਕਿ ਇਹ ਕਾਨੂੰਨ ਜਿਹੜੇ ਬਣਾਏ ਗਏ ਨੇ, ਤਿੰਨੋਂ ਕਾਨੂੰਨ ਜਿਨ੍ਹਾਂ ਨੂੰ ਕਿਸਾਨ ਤੇ ਅਸੀਂ ਸਾਰੇ ਕਾਲੇ ਕਾਨੂੰਨ ਕਹਿੰਦੇ ਆ, ਉਹ ਕਹਿੰਦੇ ਨੇ ਇਹ ਕਿਸਾਨ ਦੇ ਭਲੇ ਵਾਸਤੇ ਨੇ, ਭਲੇ ਵਾਸਤੇ ਨੇ। ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੀ ਸਮਝ ਨਹੀਂ ਪੈ ਰਹੀ ਹੈਗੀ। ਤੋ ਇਹ ਬਾਰ-ਬਾਰ ਉਸੇ ਗੱਲ ਨੂੰ ਦੁਹਰਾ ਰਹੇ ਨੇ ਜੀ, ਹੋਰ ਕੋਈ ਨਵੀਂ ਗੱਲ ਨਹੀਂ ਕਰ ਰਹੇ ਉਹ। ਤੇ ਲੇਕਿਨ ਉਹਨਾਂ ਨੂੰ ਆਪਣੀ ਗੱਲ ਸੁਣਾਉਣ ਦੀ ਬਜਾਏ ਹੁਣ ਕੱਲ ਜਿਹੜੀ ਕਿਸਾਨ ਕਰ ਰਹੇ ਨੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈਗੀ ਹੈ। ਕਿਸਾਨਾਂ ਦੀ ਗੱਲ ਜਿਹੜੀ ਹੈਗੀ ਹੈ ਸੁਣ ਕੇ ਮੰਨਣੀ ਚਾਹੀਦੀ ਹੈਗੀ ਹੈ। ਆਪਦੀ ਗੱਲ ਥੋਪਣੀ ਨਹੀਂ ਚਾਹੀਦੀ। ਕਿ ਕਿਸੇ ਅੰਦੋਲਨ ਦੇ ਜਿਹੜੇ ਨੇਤਾ ਨੇ, ਲੀਡਰ ਨੇ, ਜਿਹੜੇ ਆਮ ਕਿਸਾਨ ਨੇ, ਉਹਨਾਂ ਨੇ ਸਾਰੇ ਕਾਨੂੰਨਾਂ ਦਾ ਕੱਲਾ ਲਫ਼ਜ਼, ਕੱਲਾ ਕਲੌਜ਼, ਕੱਲੀ ਲਾਈਨ, ਹੁਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਸਰਕਾਰ ਦੇ ਨਾਲ ਜਾਂ ਉਹਨਾਂ ਦੇ ਮੰਤਰੀਆਂ ਨਾਲ, ਉਹਨਾਂ ਨੂੰ ਇਹ ਦਿਖਾਤਾ ਕਿ ਤੁਹਾਡੇ ਕਾਨੂੰਨ ਗਲਤ ਨੇ, ਜੋ ਅਸੀਂ ਗੱਲ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖੇਤੀ ਮੰਤਰੀ ਤੋਮਰ ਅਤੇ ਰੇਲਵੇ ਮੰਤਰੀ ਗੋਇਲ ਦੀ ਗੱਲ ਸੁਣੋ। ਗੱਲ ਕੀ ਹੈ? ਦੋਨੇ ਮੰਤਰੀ ਕਹਿ ਰਹੇ ਹੈ ਕਿ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ ਪਰ ਰੱਦ ਨਹੀਂ ਕੀਤੇ ਜਾ ਸਕਦੇ। ਦੂਜੇ ਪਾਸੇ ਭਾਜਪਾ ਨੇ ਦੇਸ਼ ਦੇ ਅੰਦਰ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਾਇਦ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਹੈ ਇਹ ਵੀ ਉਸ ਮੁਹਿੰਮ ਦਾ ਹਿੱਸਾ ਹੋ ਸਕਦਾ ਹੈ। ਪੰਜਾਬ ਦੇ ਇੱਕ ਵੱਡੇ ਪੰਜਾਬੀ ਅਖਬਾਰ ਨੇ ਇਹ ਟਿੱਪਣੀ ਕੀਤੀ ਹੈ ਕਿ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ, ਇਸ ਲਈ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਨੂੰ ਅੜੀ ਛੱਡਣੀ ਚਾਹੀਦੀ ਹੈ। ਇਹਦਾ ਫੈਸਲਾ ਕੌਣ ਕਰੇਗਾ ਕਿ ਕਿਸੇ ਨੇ ਕੀਤੀ ਹੈ ਅੜੀ? ਦੂਜੇ ਪਾਸੇ ਕਿਸਾਨ ਜਥੇਬੰਦੀਆਂ, ਉਹਨਾਂ ਨੇ ਸਪਸ਼ਟ ਤੌਰ ਤੇ ਇੱਕ ਲਕੀਰ ਖਿੱਚ ਦਿੱਤੀ ਹੈ ਕਿ ਕਾਨੂੰਨ ਰੱਦ ਕਰੋ, ਇਸ ਤੋਂ ਬਗੈਰ ਕੋਈ ਹੋਰ ਚਾਰਾ ਨਹੀਂ। ਇਸ ਲਕੀਰ ਦੇ ਕੌਣ ਕਿਸ ਪਾਸੇ ਖੜਾ ਹੁੰਦਾ ਹੈ? ਤੇਜ਼ੀ ਨਾਲ ਬਦਲ ਰਹੇ ਨੇ ਫੈਸਲੇ। ਜੇ ਨਹੀਂ ਬਦਲੇ ਤਾਂ ਮੇਰੇ ਪੰਜਾਬ ਤੇ ਦੇਸ਼ ਦੇ ਲੋਕ ਜਿਹੜੇ ਕਾਫਲੇ ਬਣ ਕੇ ਇੰਨੀ ਠੰਡ ਦੇ ਵਿੱਚ ਵੀ ਬਾਰਡਰ ਤੇ ਜਾ ਰਹੇ ਹੈ, ਗੂੰਜ ਰਹੇ ਹੈ ਬਾਰਡਰ ਦੇ ਉੱਤੇ ਕਿਸਾਨੀ ਹਿੱਤ ਦੇ ਨਾਅਰੇ। ਇਹ ਵੱਖਰੀ ਗੱਲ ਹੈ ਕਿ ਨਜ਼ਰੀਆ ਆਪਣਾ ਹੋ ਸਕਦਾ ਹੈ। ਕਿਸੇ ਨੂੰ ਪਾਣੀ ਦਾ ਅੱਧਾ ਭਰਿਆ ਗਲਾਸ ਖਾਲੀ ਨਜ਼ਰ ਆਉਂਦਾ ਤੇ ਕਿਸੇ ਨੂੰ ਅੱਧਾ ਭਰਿਆ ਨਜ਼ਰ ਆਉਂਦਾ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਖਾਸ ਮਹਿਮਾਨ ਜੁੜ ਚੁੱਕੇ ਹੈ। ਸੁਰਜੀਤ ਸਿੰਘ ਸਵੈਜ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ, ਬੇਸ਼ੱਕ ਰਾਜਸੀ ਪਿਛੋਕੜ ਵੀ ਰੱਖਦੇ ਹੈ, ਪਰ ਅੱਜ ਅਸੀਂ ਇਹਨਾਂ ਨਾਲ ਇੱਕ ਸੀਨੀਅਰ ਐਡਵੋਕੇਟ ਦੇ ਤੌਰ ਤੇ ਚਰਚਾ ਚਲਾਵਾਂਗੇ। ਸਾਡੇ ਨਾਲ ਦੂਜੇ ਮਹਿਮਾਨ ਗੁਰਪ੍ਰੀਤ ਸਿੰਘ ਚਾਵਲਾ ਜੀ ਬਾਰਡਰ ਤੋਂ ਜੁੜ ਚੁੱਕੇ ਆ, ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਨੇ। ਬਿਲਕੁਲ ਦੂਜੇ ਪਾਸੇ ਸਾਡੇ ਨਾਲ ਤੀਜੇ ਮਹਿਮਾਨ ਬਲਦੇਵ ਸਿੰਘ ਭਾਈਰੂਪਾ ਜੀ, ਟਿਕਰੀ ਬਾਰਡਰ ਤੋਂ, ਜਿੱਥੇ ਲਲਕਾਰੇ ਪੈ ਰਹੇ ਆ ਕਿਸਾਨੀ ਹਿੱਤਾਂ ਦੇ ਲਈ, ਉਹ ਵੀ ਸਾਡੇ ਨਾਲ ਜੁੜ ਚੁੱਕੇ ਆ। ਮੈਂ ਦਰਸ਼ਕਾਂ ਲਈ ਇੱਕ ਲਾਈਨ ਦੀ ਗੱਲ ਕਹਿ ਕੇ ਆਪਾਂ ਡਿਬੇਟ ਸ਼ੁਰੂ ਕਰਨ ਲੱਗੇ ਹਾਂ। ਅੱਜ ਦੀ ਡਿਬੇਟ ਸੀਨੀਅਰ ਜਰਨਲਿਸਟ, ਸੀਨੀਅਰ ਐਡਵੋਕੇਟ ਤੇ ਕਿਸਾਨ ਨੇਤਾ
ਆਪਾਂ ਇੱਕ ਵੱਖਰੇ ਨਜ਼ਰੀਏ ਤੋਂ ਕਰ ਰਹੇ ਹਾਂ ਗੱਲਬਾਤ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਸੁਹੇਜ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਮੈਂ ਜ਼ਿਕਰ ਕੀਤਾ, ਜਿੱਦਾਂ ਉਹਨਾਂ ਦੋਹਾਂ ਮੰਤਰੀਆਂ ਨੂੰ ਕਿਹਾ, ਉਹਨਾਂ ਬਾਰੇ ਕਿਹਾ ਗਿਆ ਕਿਸਾਨਾਂ ਨੂੰ ਕਿ ਦੋਹਾਂ ਮੰਤਰੀਆਂ ਦੀ ਗੱਲ ਸੁਣੋ। ਕਿਸਾਨ ਕਹਿ ਰਿਹਾ ਕਿ ਕਾਨੂੰਨ ਰੱਦ ਕਰੋ। ਦੇਸ਼ ਦੇ ਕਰੋੜਾਂ ਕਿਸਾਨ ਜਿਹੜੀ ਆਵਾਜ਼ ਉਠਾ ਰਹੇ ਹੈ, ਦੋਹਾਂ ਮੰਤਰੀਆਂ ਨੂੰ ਉਹ ਗੱਲ ਸੁਣਨੀ ਚਾਹੀਦੀ ਹੈ ਜਾਂ ਦੋਹਾਂ ਮੰਤਰੀਆਂ ਦੀ ਗੱਲ ਕਰੋੜਾਂ ਕਿਸਾਨਾਂ ਨੂੰ ਸੁਣਨੀ ਚਾਹੀਦੀ ਹੈ? ਸੁਹੇਜ ਜੀ, ਜਿਹੜਾ ਏਦਾਂ ਦਾ ਟਕਰਾਅ ਬਣਿਆ, ਕਿਵੇਂ ਦੇਖ ਰਹੇ ਹੋ? ਸਿੱਧੂ ਸਾਹਿਬ, ਦੇਖੋ, ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਮੰਤਰੀ ਤੇ ਬਾਕੀ ਜਿਹੜੇ ਵੀ ਉਹਨਾਂ ਦੇ ਹੋਰ ਨੁਮਾਇੰਦੇ ਗੱਲ ਕਰਦੇ ਨੇ ਹੁਣ ਤੱਕ, ਜੋ ਮੀਡੀਆ ਦੇ ਵਿੱਚ ਆ ਕੇ ਲੋਕਾਂ ਨੂੰ ਕਹਿ ਰਹੇ ਨੇ, ਇਹ ਗੱਲਾਂ ਬਾਰ-ਬਾਰ ਉਹੀਓ ਦੁਹਰਾ ਰਹੇ ਨੇ, ਰਿਪੀਟ ਕਰ ਰਹੇ ਨੇ ਬਾਰ-ਬਾਰ ਗੱਲਾਂ ਜਿਹੜੀਆਂ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਜੀ। ਇੱਕੋ ਗੱਲ ਦਾ ਉਹਨਾਂ ਦਾ ਜੋ ਹੈਗਾ ਕਿ ਇਹ ਕਾਨੂੰਨ ਜਿਹੜੇ ਬਣਾਏ ਗਏ ਨੇ, ਤਿੰਨੋਂ ਕਾਨੂੰਨ, ਜਿਨ੍ਹਾਂ ਨੂੰ ਕਿਸਾਨ ਤੇ ਅਸੀਂ ਸਾਰੇ ਕਾਲੇ ਕਾਨੂੰਨ ਕਹਿੰਦੇ ਆ, ਉਹ ਕਹਿੰਦੇ ਨੇ ਇਹ ਕਿਸਾਨ ਦੇ ਭਲੇ ਵਾਸਤੇ ਨੇ, ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੀ ਸਮਝ ਨਹੀਂ ਪੈ ਰਹੀ ਹੈਗੀ। ਤੋ ਇਹ ਬਾਰ-ਬਾਰ ਉਸੇ ਗੱਲ ਨੂੰ ਦੁਹਰਾ ਰਹੇ ਨੇ ਜੀ, ਹੋਰ ਕੋਈ ਨਵੀਂ ਗੱਲ ਨਹੀਂ ਕਰ ਰਹੇ ਉਹ। ਤੇ ਲੇਕਿਨ ਉਹਨਾਂ ਨੂੰ ਆਪਣੀ ਗੱਲ ਸੁਣਾਉਣ ਦੀ ਬਜਾਏ ਹੁਣ ਕੱਲ ਜਿਹੜੀ ਕਿਸਾਨ ਕਰ ਰਹੇ ਨੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈਗੀ ਹੈ। ਕਿਸਾਨਾਂ ਦੀ ਗੱਲ ਜਿਹੜੀ ਹੈਗੀ ਹੈ ਸੁਣ ਕੇ ਮੰਨਣੀ ਚਾਹੀਦੀ ਹੈਗੀ ਹੈ, ਆਪਦੀ ਗੱਲ ਥੋਪਣੀ ਨਹੀਂ ਚਾਹੀਦੀ। ਕਿਉਂਕਿ ਕਿਸਾਨ ਜੋ ਸਮਝਦੇ ਸੀ ਨਾ ਕਿ ਕਿਸਾਨਾਂ ਨੂੰ ਗੱਲ ਸਮਝ ਨਹੀਂ ਆ ਰਹੀ, ਇਹ ਸਿੱਧੇ ਨੇ ਜੀ, ਭੋਲੇ ਨੇ, ਇਹਨਾਂ ਨੂੰ ਕੋਈ ਗੁੰਮਰਾਹ ਕਰ ਰਿਹਾ ਹੈ। ਦੇਖੋ, ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਉਹਨਾਂ ਨੂੰ ਉਹ ਸਾਦੇ ਜੇ ਚਿਹਰੇ ਦਿਖਣ ਵਾਲੇ, ਖੁੱਲੀਆਂ ਦਾੜੀਆਂ ਵਾਲੇ ਜਿਹੜੇ ਕਿਸਾਨ ਸਾਡੇ ਹੈਗੇ ਨੇ, ਉਹਨਾਂ ਨੇ ਗਵਰਨਮੈਂਟ ਨੂੰ, ਗਵਰਨਮੈਂਟ ਦੇ ਮੰਤਰੀਆਂ ਨੂੰ ਤੇ ਗਵਰਨਮੈਂਟ ਦੇ IAS ਅਫਸਰਾਂ ਨੂੰ ਪੜ੍ਹਨੇ ਪਾਤਾ। ਉਹਨਾਂ ਦੇ ਮੂੰਹ 'ਚ ਉਂਗਲਾਂ ਪਵਾਤੀਆਂ। ਉਹਨਾਂ ਨੇ ਸਾਬਤ ਕਰਤਾ ਕਿ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਪੜ੍ਹੇ ਆ, ਰੜੇ ਆ, ਤੇ ਕਾਨੂੰਨ ਦੀ ਗੱਲ ਜਿਹੜੀ ਕਲੌਜ਼ ਬਾਈ ਕਲੌਜ਼ ਕਰਕੇ, ਦੇਖੋ ਪਹਿਲੀ ਵਾਰ ਦੇਖ ਰਿਹਾ ਮੈਂ ਅਸੀਂ ਇਹ ਕਿ ਕਿਸੇ ਅੰਦੋਲਨ ਦੇ ਜਿਹੜੇ ਨੇਤਾ ਨੇ, ਲੀਡਰ ਨੇ, ਜਿਹੜੇ ਆਮ ਕਿਸਾਨ ਨੇ, ਉਹਨਾਂ ਨੇ ਸਾਰੇ ਕਾਨੂੰਨਾਂ ਦਾ ਕੱਲਾ ਲਫ਼ਜ਼, ਕੱਲਾ ਕਲੌਜ਼, ਕੱਲੀ ਲਾਈਨ, ਹੁਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਸਰਕਾਰ ਦੇ ਨਾਲ ਜਾਂ ਉਹਨਾਂ ਦੇ ਮੰਤਰੀਆਂ ਨਾਲ, ਉਹਨਾਂ ਨੂੰ ਇਹ ਦਿਖਾਤਾ ਕਿ ਤੁਹਾਡੇ ਕਾਨੂੰਨ ਗਲਤ ਨੇ, ਜੋ ਅਸੀਂ ਗੱਲ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ, ਤੇ ਇਸ ਕਰਕੇ ਤਿੰਨੇ ਕਾਲੇ ਕਾਨੂੰਨ ਵਾਪਸ ਕਰੋ। ਅਮੈਂਡਮੈਂਟ ਦੀ ਜਾਂ ਕੋਈ ਜਿਹੜੀ ਹੈਗੀ ਹੈ, ਜਿਹੜੀ ਉਹ ਕਹਿੰਦੇ ਨੇ ਸੰਸ਼ੋਧਨ ਕਰ ਲਓ, ਇਹ ਕਰ ਲਓ, ਵਾਹ ਕਰ ਲਓ, ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਹੈ। ਤੋਂ ਹੁਣ ਪ੍ਰਧਾਨ ਮੰਤਰੀ ਜੀ ਨੂੰ ਕਿਸਾਨਾਂ ਦੀ ਗੱਲ ਜਿਹੜੀ ਹੈਗੀ ਹੈ ਸੁਣਨੀ ਚਾਹੀਦੀ ਹੈਗੀ ਹੈ, ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈਗੀ ਹੈ। ਡੈਮੋਕ੍ਰੇਸੀ, ਲੋਕਤੰਤਰ ਇਹੀ ਗੱਲ ਕਹਿੰਦਾ ਹੈਗਾ। ਹੁਣ ਤਾਂ ਉਹ ਅੜੀ ਤੇ ਬੈਠੇ ਨੇ, ਇੱਕ ਈਗੋ ਪ੍ਰੈਸਟੀ ਇਸ਼ੂ ਬਣਾਇਆ ਹੋਇਆ ਹੈ। ਤੇ ਮੈਂ ਅੱਜ ਵੀ ਸੁਣ ਰਿਹਾ ਸੀ ਕੋਈ ਗੱਲ, ਉਹ ਕਹਿ ਰਹੇ ਸੀ ਦੇਖੋ ਜੀ ਅਸੀਂ ਆਹ 3 ਕਾਨੂੰਨ ਵਾਪਸ ਲੈ ਲਾਂਗੇ, ਕੱਲ ਨੂੰ ਹੋਰ ਲੋਕੀ ਕਹਿਣਗੇ ਆਹ ਵੀ ਕਾਨੂੰਨ ਵਾਪਸ ਕਰੋ। ਇਹ ਵੀ ਸਰਕਾਰਾਂ ਇਦਾਂ ਨਹੀਂ ਕਰਦੀਆਂ ਹੁੰਦੀਆਂ, ਔਰ ਕਾਨੂੰਨ ਗਲਤ ਨੇ। ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਫਾਇਦੇ ਵਾਸਤੇ ਨੇ, ਉਹ ਕਿਸਾਨਾਂ ਨੂੰ ਮੈਂ ਇੱਕ ਸਵਾਲ ਜੀ, ਮੈਂ ਇੱਕ ਸਵਾਲ ਲੈਣਾ ਚਾਹੁੰਦਾ। ਤੁਸੀਂ ਬਹੁਤ ਅਹਿਮ ਨੁਕਤੇ ਤੇ ਗੱਲ ਕਰ ਰਹੇ ਹੋ। ਭਾਜਪਾ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ, ਉਸ ਮੁੱਦੇ ਤੇ ਮੈਂ ਫੇਰ ਆਵਾਂਗਾ ਵਾਪਸ। ਪਰ ਜਦੋਂ ਇੱਕ ਗੱਲ ਹੁਣ ਕਹੀ ਜਾਣ ਲੱਗੀ ਆ ਬਾਰ-ਬਾਰ ਕਿ ਜੀ ਅਸੀਂ ਜੇ ਕਾਨੂੰਨ ਵਾਪਸ ਲੈਣੇ ਆ, ਕੱਲ ਨੂੰ ਹੋਰ ਤਰ੍ਹਾਂ ਵੀ ਉੱਠ ਖੜਨਗੀਆਂ। ਇਸ ਵੇਲੇ ਲੜਾਈ ਤਾਂ ਕਿਸਾਨ ਲੜ ਰਹੇ ਹੈ, ਦੂਜੀ ਧਿਰ ਕੋਈ ਹੈ ਹੀ ਨਹੀਂ। ਇਹ ਵੀ ਇੱਕ ਤਰ੍ਹਾਂ ਦਾ ਲੱਗਦਾ ਹੈ, ਇੱਕ ਪ੍ਰਾਪੇਗੰਡੇ ਦਾ ਹਿੱਸਾ ਹੀ ਲੱਗ ਰਿਹਾ ਹੈ ਕਿ ਜੀ ਜੇ ਕਾਨੂੰਨ ਵਾਪਸ ਲੈ ਲਏ ਤਾਂ ਹੋਰ ਤਰ੍ਹਾਂ ਵੀ ਉੱਠ ਖੜਨਗੀਆਂ। ਹੋਰ ਕਿਹੜੀਆਂ ਤਰ੍ਹਾਂ ਆਪਾਂ ਹਵਾ 'ਚ ਦੇਖ ਰਹੇ ਹਾਂ ਜਿਹੜੀਆਂ ਉੱਠ ਖੜਨਗੀਆਂ? ਕਿਸਾਨੀ ਲੜ ਰਹੀ ਹੈ ਤੇ ਕਿਸਾਨੀ ਦੇ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ ਜੀ। ਸਿੱਧੂ ਸਾਹਿਬ, ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਕਿ ਅਸੀਂ ਆਹ ਕਾਨੂੰਨ ਵਾਪਸ ਲੈ ਲਾਂਗੇ ਤੇ ਹੋਰ ਧਿਰਾਂ ਉੱਠ ਖੜਨਗੀਆਂ। ਕੋਈ ਐਸੀ ਗੱਲ ਨਹੀਂ, ਕੋਈ ਧਿਰ ਨਹੀਂ ਉੱਠਦੀ ਹੈਗੀ ਹੈ। ਅਗਰ ਕਾਨੂੰਨ ਗਲਤ ਨੇ, ਸਰਕਾਰ ਇਹ ਕੋਈ ਕਾਰਨ ਨਹੀਂ ਹੈਗਾ ਕਿ ਨਾ ਕਰਨ ਵਾਸਤੇ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ ਹੈਗੇ ਇਸ ਕਰਕੇ ਕਿ ਹੋਰ ਕੋਈ ਆ ਜਾਣਗੇ। ਨਹੀਂ, ਜਿਹੜਾ ਇਹ ਅੰਦੋਲਨ ਹੋ ਰਿਹਾ ਹੈ ਇਹ ਜਸਟੀਫਾਈਡ ਅੰਦੋਲਨ ਹੈਗਾ। ਹੁਣ ਗੱਲ ਮਤਲਬ ਸਾਬਤ ਹੋ ਚੁੱਕੀ ਹੈ ਕਿ ਕਾਨੂੰਨ ਗਲਤ ਨੇ। ਇਹ ਸਿਰਫ ਤਾਂ ਇੱਕੋ ਗੱਲ ਕਰ ਰਹੇ ਨੇ ਕਾਨੂੰਨ ਕਿ ਕਾਰਪੋਰੇਟ ਘਰਾਣਿਆਂ ਨੂੰ ਵਾਸਤੇ ਪ੍ਰਾਈਵੇਟ ਜਿਹੜੇ ਹੈਗੇ ਆ, ਵੱਡੀਆਂ ਜਿਹੜੀਆਂ ਕੰਪਨੀਆਂ ਨੇ, ਉਹਨਾਂ ਨੂੰ ਇਹ ਐਗਰੀਕਲਚਰ ਜਿਹੜਾ ਖੇਤੀ ਦਾ ਜਿਹੜਾ ਹੈਗਾ ਉਹਨੂੰ ਖੋਲ ਰਹੇ ਨੇ। ਉਹਦਾ ਅਸਰ ਇਹ ਹੋਏਗਾ ਕਿ ਹੌਲੀ ਹੌਲੀ ਜਿਹੜੀ ਕਿਸਾਨਾਂ ਦੀ ਸਾਰੀ ਜਿਹੜੀ ਖੇਤੀ ਹੈ ਤੇ ਜ਼ਮੀਨ ਹੈਗੀ ਹੈ ਉਹ ਖਤਮ ਹੋ ਜਾਏਗੀ ਜੀ।
ਇਹਨਾਂ ਕਾਨੂੰਨਾਂ ਦਾ Thank you ਅਸਰ very ਤੈਅ much. ਹੋਏਗਾ। ਤੇ ਜੀ ਇਸ ਜੀ ਕਰਕੇ ਸਰ ਗਵਰਨਮੈਂਟ ਨੂੰ ਕੋਈ ਈਗੋ ਸਿਸਟਮ ਜਾਂ ਈਗੋ ਆਪਣੀ ਜਾਂ ਕੋਈ ਪ੍ਰੈਸਟੀਜ ਇਸ਼ੂ ਨਹੀਂ ਬਣਾਉਣਾ ਚਾਹੀਦਾ ਤੇ ਗਵਰਨਮੈਂਟ ਨੂੰ ਗੱਲ ਮੰਨਣੀ ਚਾਹੀਦੀ ਹੈਗੀ ਹੈ। ਲੋਕਤੰਤਰ ਆਪਣਾ ਜਿਹੜਾ ਹੈਗਾ ਸਿਸਟਮ ਹੈਗਾ, ਡੈਮੋਕ੍ਰੇਸੀ ਦੇ ਵਿੱਚ ਇਦਾਂ ਦੇ ਈਗੋ ਇਸ਼ੂ ਜਿਹੜੇ ਈਗੋਜ਼ ਨੇ ਇਸ਼ੂਜ਼ ਨੇ ਪ੍ਰੈਸਟੀਜ ਹੈ Okay. ਉਹ ਨਹੀਂ ਬਣਾਏ ਜਾਂਦੇ ਹੁੰਦੇ। ਲੇਕਿਨ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਮੋਦੀ ਜੀ ਨੂੰ ਸਰ ਮੋਦੀ ਜੀ ਨੂੰ just ਇੱਕ ਸੈਕਿੰਡ, ਮੋਦੀ ਜੀ ਨੂੰ ਤੇ ਅਮਿਤ ਸ਼ਾਹ ਜੀ ਨੂੰ ਗੁੱਸਾ ਇਸ ਗੱਲ ਦਾ ਹੈਗਾ ਕਿ ਅੱਜ ਤੀਕਰ ਸਾਡਾ ਕੋਈ ਸਾਡੇ ਸਾਹਮਣੇ ਮੁਕਾਬਲੇ 'ਚ ਨਹੀਂ ਆ ਸਕਿਆ। ਇਹ ਕਿੱਥੋਂ ਆ ਗਏ, ਇਹ ਕਿਸਾਨ ਕਿੱਥੋਂ ਆ ਗਏ, ਇਹ ਜੋ ਸਾਨੂੰ ਜਿਹੜਾ ਹੈਗਾ ਸਾਡੇ ਤੇ ਹਾਵੀ ਹੋ ਰਹੇ ਨੇ, ਸਾਡੀ ਜਿਹੜੀ ਸਰਕਾਰ ਨੂੰ ਇਹ ਮੋਸਲੇ ਨੇ ਮੋੜ ਰਹੇ ਨੇ, ਦਬਾ ਰਹੇ ਨੇ। ਲੇਕਿਨ ਮੈਂ ਸਮਝਦਾ ਇਦਾਂ ਦੀ ਕੋਈ ਗਵਰਨਮੈਂਟ ਨੂੰ ਨਹੀਂ ਸੋਚ ਰੱਖਣੀ ਚਾਹੀਦੀ ਹੈਗੀ। ਜੀ ਜੀ ਗਵਰਨਮੈਂਟ ਨੂੰ ਖੁੱਲੇ ਮਨ ਨਾਲ ਜਿਹੜੀ ਹੈਗੀ ਹੈ ਗੱਲ ਜਿਹੜੀ ਹੈਗੀ ਉਹ ਕਰਨੀ ਚਾਹੀਦੀ ਹੈ ਤੇ ਜੋ ਸਹੀ ਗੱਲ Sir, ਹੈਗੀ ਉਹ ਮਿਹਰਬਾਨੀ। ਮੰਨ ਕੇ ਵਾਪਸ ਲੈ ਲੈਣਾ ਚਾਹੀਦਾ ਜੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਬਲਦੇਵ ਜੀ, ਤੁਸੀਂ ਕਮੈਂਟ ਸੁਣੇ ਆ ਸਵੈਜ ਜੀ ਦੇ, ਜਿੱਥੇ ਉਹਨਾਂ ਨੇ ਗੱਲ ਛੱਡੀ ਹੈ ਕਿ ਉਹਨਾਂ ਨੂੰ ਗੁੱਸਾ ਹੈ ਇਸ ਗੱਲ ਦਾ ਕੇਂਦਰ ਦੀ ਸਰਕਾਰ ਨੂੰ ਕਿ ਕਿਸਾਨ ਕਿੱਥੋਂ ਆ ਗਏ। ਉਹਦੇ ਬਾਰੇ ਮੈਂ ਸਵਾਲ ਲੈਣ ਤੋਂ ਪਹਿਲਾਂ ਉਸੇ ਕਿਸਾਨ ਦੀ ਜਿਹੜੀ ਹਾਲਤ ਹੈ ਉਹਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਜੋ ਕੁਝ ਵਾਪਰ ਰਿਹਾ ਹੈ ਇਸ ਵੇਲੇ, ਇੱਕ ਪਾਸੇ ਤਾਂ ਉਸ ਕਿਸਾਨ ਦੇ ਪੁੱਤ ਹੈ ਜਿਹੜੇ ਸਰਹੱਦਾਂ ਦੀ ਰਾਖੀ ਕਰ ਰਹੇ ਹੈ, ਦੂਜੇ ਪਾਸੇ ਉਹਨਾਂ ਦੇ ਜਿਹੜੇ ਬਾਪ ਹੈ ਆਪਣੀਆਂ ਪੈਲੀਆਂ ਬਚਾਉਣ ਲਈ ਲੜਾਈ ਲੜ ਰਹੇ ਹੈ। ਬਲਦੇਵ ਜੀ, ਤੁਸੀਂ ਬਠਿੰਡਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹੋ। ਚੌਕੇ ਪਿੰਡ ਦੀ ਅੱਜ ਰਿਪੋਰਟ ਛਪੀ ਹੈ, ਉੱਥੋਂ ਦੇ ਜਿਹੜੇ ਕਿਸਾਨ ਹੈ ਉਹਨਾਂ ਦਾ ਨਾਮ ਵੀ ਬਲਦੇਵ ਸਿੰਘ ਹੈ। ਉਹਦੇ ਦੋ ਬੇਟੇ ਦੋਨੇ ਦੇ ਦੋਨੇ ਫੌਜ 'ਚ ਹੈ ਤੇ ਬਾਪ ਜਿਹੜਾ ਹੈਗਾ ਉਹ ਇਸ ਵੇਲੇ ਤੁਹਾਡੇ ਨਾਲ ਬੈਠਾ ਟਿਕਰੀ ਬਾਰਡਰ ਤੇ ਨਾਅਰੇਬਾਜ਼ੀ ਕਰ ਰਿਹਾ ਹੈ। ਇਹ ਹੁਣ ਅੜੀ ਕਿਸ ਦੀ ਮੰਨੀ ਜਾਵੇ, ਸਰਕਾਰ ਦੀ ਜਾਂ ਕਿਸਾਨਾਂ ਦੀ? ਸਰਕਾਰ ਕਹਿ ਰਹੀ ਹੈ ਕਿ ਨਹੀਂ ਜੀ ਕਿਸਾਨ ਅੜੀ ਕਰ ਰਿਹਾ ਹੈ, ਜਿੱਦਾਂ ਸਵਾਈ ਜੀ ਨੇ ਕਿਹਾ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ। ਬਲਦੇਵ ਜੀ, ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ? ਤੁਸੀਂ ਤਾਂ ਬਾਰਡਰ ਤੇ ਜਿਹੜਾ ਹੈਗਾ ਹਰ ਰੋਜ਼ ਕਿਸਾਨਾਂ ਦੀ ਜਿਹੜੀ ਮਨੋ ਅਵਸਥਾ ਹੈ ਉਹਨਾਂ ਨੂੰ ਪੜ੍ਹ ਰਹੇ ਹੋ, ਉਹਨਾਂ ਦੇ ਨਾਲ ਜੁੜੇ ਹੋਏ ਆ। ਸਭ ਤੋਂ ਪਹਿਲਾਂ ਤਾਂ ਸਿੱਧੂ ਸਾਹਿਬ ਜੀ, ਮੈਂ ਸਮੈਸ਼ ਸਾਹਿਬ ਦਾ, ਚਾਵਲਾ ਸਾਹਿਬ ਦਾ ਤੇ ਤੁਹਾਡੇ ਨਜ਼ਰੀਏ ਦਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ। ਬਹੁਤ ਮਿਹਰਬਾਨੀ। ਅੜੀ ਵਾਲੀ ਗੱਲ, ਜਿਹੜੀ ਅੜੀ ਵਾਲੀ ਗੱਲ ਆ ਜੀ, ਅੜੀ ਤਾਂ ਉਹ ਹੁੰਦੀ ਆ ਵੀ ਗੱਲ ਸਾਫ਼ ਨਹੀਂ ਹੋਈ, ਗੱਲ 'ਚ ਕੋਈ ਹਜੇ ਕੋਈ ਦਮ ਨਹੀਂ ਰਿਹਾ, ਗੱਲ ਕਲੀਅਰ ਨਹੀਂ ਹੋਈ, ਉਸ ਗੱਲ ਨੂੰ ਤਾਂ ਅੜੀ ਕਹਿ ਸਕਦੇ ਆ ਜੀ। ਕਿੰਨੇ ਗੇਟ ਦੀਆਂ ਜਿਹੜੀਆਂ ਗੱਲਬਾਤ ਹੋ ਗਈ ਸਰਕਾਰ ਦੇ ਨਾਲ, ਮੰਤਰੀਆਂ ਦੇ ਨਾਲ, ਹਰੇਕ ਮੀਟਿੰਗ ਦੇ ਵਿੱਚ ਉਹਨਾਂ ਨੂੰ ਮਤਲਬ ਕੋਈ ਕਿਸੇ ਗੱਲ ਦਾ ਜਵਾਬ ਨਹੀਂ ਆਇਆ। ਉਹਨਾਂ ਨੇ ਕਹਿਤਾ ਵੀ ਸਾਨੂੰ ਲਿਖ ਕੇ ਦੇ ਦਿਓ, ਅਸੀਂ ਲਿਖ ਕੇ ਦੇਤਾ। ਉਹਦੇ ਤੇ ਡਿਸਕਸ਼ਨ ਹੋ ਗਈ, ਡਿਸਕਸ਼ਨ 'ਚ ਉਹ ਆਪਣੇ ਜਿਹੜੇ ਜਵਾਬ ਸੀਗੇ, ਆਪਣੇ ਆਗੂਆਂ ਦੇ ਸਵਾਲ ਸੀਗੇ, ਉਹਨਾਂ ਨੂੰ ਇੱਕ ਵੀ ਜਵਾਬ ਨਹੀਂ ਆਇਆ ਉਹਨਾਂ ਦਾ। ਉਹਦੇ ਵਿੱਚੋਂ ਅਸੀਂ ਉਹਨਾਂ ਨੂੰ ਦਿਖਾਤਾ ਕਿ ਆਹ ਜਿਹੜਾ ਤੁਹਾਡਾ ਸਾਰਾ ਕੁਛ ਆ ਜਿਹੜਾ ਇਹ ਕਿਸਾਨ ਵਿਰੋਧੀ, ਲੋਕ ਵਿਰੋਧੀ ਆ। ਉਸ ਤੋਂ ਇਲਾਵਾ ਅਸੀਂ ਉਹਨੂੰ ਹੋਰ ਕਿਆ ਦਿਖਾ ਦਈਏ। ਦੂਸਰੀ ਗੱਲ ਇਹ ਆ ਜੀ ਵੀ ਇਹ ਸੱਚੋਂ ਹੀ ਗੱਲ ਹੈਗੀ ਆ ਕਿ ਜਿਹੜੇ ਕਿਸਾਨ ਨੇ ਸਾਡੇ ਇੱਥੇ, ਸਾਡੇ ਭਰਾ ਨੇ, ਉਹਨਾਂ ਦੇ ਬੇਟੇ ਸਰਹੱਦਾਂ ਤੇ ਦੇਸ਼ ਦੀ ਰਾਖੀ ਵਾਸਤੇ ਪਹਿਰਾ ਦੇ ਰਹੇ ਨੇ। ਦੂਸਰੇ ਪਾਸੇ ਉਹਨਾਂ ਦੇ ਜਿਹੜੇ ਪਿਤਾ, ਉਹਨਾਂ ਦੇ ਜਿਹੜੇ ਭਰਾ, ਉਹਨਾਂ ਦੇ ਜਿਹੜੇ ਚਾਚੇ ਤਾਏ, ਮਾਮੇ ਦੇ, ਫੁੱਫੀਆਂ ਦੇ ਭਰਾ ਹੈਗੇ ਨੇ, ਉਹ ਅੱਜ ਟਿਕਰੀ ਬਾਰਡਰ ਤੇ, ਉਧਰ ਸਿੰਘੂ ਬਾਰਡਰ ਤੇ ਡਟੇ ਹੋਏ ਨੇ। ਦੂਸਰੀ ਗੱਲ ਆ ਵੀ ਅਸੀਂ ਜਦੋਂ ਗੱਲ ਹੀ ਸਾਫ਼ ਕਰਤੀ, ਜਦੋਂ ਉਹਨਾਂ ਨੂੰ ਕੰਧ ਤੇ ਲਿਖਿਆ ਵਾ ਪੜ੍ਹਾਤਾ, ਉਹਨਾਂ ਨੂੰ ਸ਼ੀਸ਼ਾ ਦਿਖਾਤਾ ਵੀ ਇਹ ਜਿਹੜੇ ਤੁਹਾਡੇ ਕਾਨੂੰਨ ਆ, ਇਹ ਜਿਹੜੇ ਹੈਗੇ ਆ ਕਿਸਾਨੀ ਦੇ, ਆਮ ਲੋਕਾਂ ਦੇ ਵਿਰੋਧੀ ਆ, ਇਸ ਕਰਕੇ ਇਹਨਾਂ ਨੂੰ ਜਿਹੜੇ ਹੈਗੇ ਆ ਰੱਦ ਕਰੋ। ਦੂਸਰੀ ਗੱਲ ਜਿਹੜੀ ਹੈਗੀ ਆ, ਇਹ ਕਹਿੰਦੇ ਜੀ ਇਹ ਤਾਂ ਕੋਈ ਕਾਨੂੰਨ ਦੇ ਵਿੱਚ ਵਿਵਸਥਾ ਹੀ ਨਹੀਂ ਹੈਗੀ ਵੀ ਜਦੋਂ ਇੱਕ ਵਾਰੀ ਕੋਈ ਕਾਨੂੰਨ ਬਣ ਜੇ ਉਹ ਕਾਨੂੰਨ ਮੁੜ ਕੇ ਰੱਦ ਨਹੀਂ ਕੀਤਾ ਜਾ ਸਕਦਾ। ਦੇਖੋ ਪਿੱਛੇ ਕਿੰਨੇ ਕਾਨੂੰਨ ਬਣੇ ਆ, ਇਹਨਾਂ ਨੇ ਲੋਕ ਵਿਰੋਧੀ ਉਹ ਜਿਹੜੇ ਪਹਿਲਾਂ ਕਾਨੂੰਨ ਬਣਾਏ ਸੀ, ਟਾਂਡਾ ਸੀ, ਮੀਸਾ ਸੀ, ਜਿਹੜੇ ਐਕਟ ਲਾਏ ਸੀਗੇ, ਉਹ ਵੀ ਰੱਦ ਹੋ ਗਏ ਜੀ। ਉਹ ਕਿਵੇਂ ਰੱਦ ਹੋਏ ਆ ਤੇ ਇਹ ਰੱਦ ਕਿਉਂ ਨਹੀਂ ਹੋ ਸਕਦੇ? ਇਸ ਦੇ ਉੱਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ। ਜਿਵੇਂ ਸਵੈਸ਼ ਸਾਹਿਬ ਨੇ, ਹਾਂਜੀ, ਜਿਵੇਂ ਸਵੈਸ਼ ਸਾਹਿਬ ਨੇ ਵੀ ਕਿਹਾ। ਬਲਦੇਵ ਜੀ ਜਿਹੜੀ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਹੈ ਕਿਸਾਨਾਂ ਨੂੰ ਕਿ ਤੋਮਰ ਦੀ ਤੇ ਗੋਇਲ ਦੀ ਸੁਣੋ, ਤੁਸੀਂ ਸਮਝਦੇ ਹੋ ਦੋਨਾਂ ਮੰਤਰੀਆਂ ਦੀ ਸੁਣਨੀ ਚਾਹੀਦੀ ਹੈ ਜਾਂ ਮੰਤਰੀਆਂ ਨੂੰ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ? ਹੁਣ ਮਾਮਲਾ ਤਾਂ ਨਿਬੜੂਗਾ ਜੇ ਕਰੋੜਾਂ ਮੰਤਰੀਆਂ ਦੀ ਜਿਹੜੀ ਕਿਸਾਨਾਂ ਦੀ ਗੱਲ ਜਿਹੜੀ ਹੈਗੀ ਦੋਨੇ ਮੰਤਰੀ ਸੁਣਨਗੇ। ਦੇਖੋ ਗੱਲ ਇਹ ਹੈ ਜੀ ਸਿੱਧੂ ਸਾਹਿਬ, ਮੰਤਰੀਆਂ ਦੀਆਂ ਗੱਲਾਂ ਬਹੁਤ ਸੁਣ ਲਈਆਂ,
ਮੰਤਰੀਆਂ ਨੂੰ ਸਾਰਾ ਸ਼ੀਸ਼ਾ ਦਿਖਾਤਾ ਜੀ। ਮੰਤਰੀਆਂ ਨੇ ਸਾਡੇ ਨਾਲ ਕਾਹਦੀ ਗੱਲ ਕਰਨੀ ਸਾਨੂੰ ਇਹ ਤਾਂ ਦੱਸਣ। ਇੱਥੇ ਪੂਰਾ ਵਰਲਡ ਜਿਹੜਾ ਇਹ ਕਹਿ ਰਿਹਾ, ਅਮਰੀਕਾ ਚੋਂ, ਕੈਨੇਡਾ ਚੋਂ, ਫਰਾਂਸ ਚੋਂ, ਆਸਟ੍ਰੇਲੀਆ ਚੋਂ, ਇਟਲੀ ਚੋਂ, ਮੈਂ ਕਿੱਥੋਂ ਦਾ ਨਾਂ ਲਵਾਂ, ਤੇ ਇਹਦਾ ਵਿਰੋਧ ਹੋ ਰਿਹਾ। ਯੂਐਨਓ ਚ ਵਿਰੋਧ ਹੋ ਗਿਆ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹਦਾ ਵਿਰੋਧ ਕਰਤਾ। ਇੱਥੇ ਸਾਰੀ ਭਾਰਤ ਦੇ ਵਿੱਚ ਸਾਰੇ ਸਟੇਟਾਂ ਦੇ ਵਿੱਚ ਵਿਰੋਧ ਹੋ ਰਿਹਾ। ਇਹ ਕਹਿੰਦੇ ਸਾਡੀ ਮੁੱਛ ਦਾ ਕੰਮ ਉਹ ਆਗਾ ਸਵਾਲ ਆ। ਅਸੀਂ ਕਹਿੰਦੇ ਆ ਸਾਡੇ ਪੇਟ ਦਾ ਸਵਾਲ ਆ, ਸਾਡੇ ਢਿੱਡ ਦਾ ਸਵਾਲ ਆ, ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਸਵਾਲ ਆ। ਇਹਦਾ ਅੜੀ ਤਾਂ ਹੁਣ ਫੜੀ ਹੋਈ ਆ ਕੇਂਦਰ ਸਰਕਾਰ ਦੀ, ਮੋਦੀ ਸਰਕਾਰ ਦੀ। ਅਪੀਲਾਂ ਕਰੀ ਜਾਂਦੇ ਆ ਜੀ। ਗੱਲ ਉਹੀ ਆ, ਗੱਲ ਘੁਮਾ ਕੇ ਉੱਥੇ ਲੈ ਕੇ ਆਉਂਦੇ ਆ ਇਹ ਵੀ ਇਹਦੇ ਵਿੱਚ ਸੋਧਾਂ ਕਰ ਦਿੰਦੇ ਆ ਜੀ, ਇਹਦੇ ਵਿੱਚ ਜੇ ਕਰ ਦਿੰਦੇ ਆ, ਜਿਹਦੇ ਵਿੱਚ ਉਹ ਕਰ ਦਿੰਦੇ ਆ। ਇਹਨਾਂ ਨੂੰ ਬੜੀਆਂ ਸਪਸ਼ਟ ਦਲੀਲਾਂ ਦੇ ਨਾਲ ਸਾਰਾ ਕੁਝ ਇਹਨਾਂ ਦੇ ਮੰਤਰੀ, ਮੈਨੂੰ ਪਤਾ, ਮੈਂ ਮੀਟਿੰਗ ਦੇ ਵਿੱਚ ਗਿਆ ਗਾ, ਮੀਟਿੰਗਾਂ ਦੇ ਵਿੱਚ ਬਹੁਤ ਵਾਰੀ। ਇਹਨਾਂ ਦੇ ਮੰਤਰੀਆਂ ਨੂੰ ਕੋਈ ਵੀ ਜਿਹੜੇ ਸਾਡੇ ਸਵਾਲ ਆ ਉਹਨਾਂ ਦਾ ਜਵਾਬ ਅੱਜ ਤੱਕ ਨਾ ਆਇਆ, ਤੇ ਲਾਜਵਾਬ ਕੀਤੇ ਆ ਜੀ ਉਹ। ਇਹਨਾਂ ਵਾਸਤੇ ਇਹਨਾਂ ਕੋਲੇ ਕੁਝ ਨਹੀਂ ਹੈ ਕਹਿਣ ਨੂੰ ਜੀ। ਥੈਂਕ ਯੂ ਬਲਦੇਵ ਜੀ, ਥੈਂਕ ਯੂ ਵੈਰੀ ਮਚ। ਗੁਰਪ੍ਰੀਤ ਜੀ, ਜਿਸ ਮੁੱਦੇ ਤੇ ਤੁਹਾਡੇ ਤੋਂ ਪਹਿਲਾਂ ਜਿਸ ਤਰੀਕੇ ਨਾਲ ਕਿਸਾਨ ਨੇਤਾ ਬਲਦੇਵ ਜੀ ਨੇ ਗੱਲ ਕੀਤੀ ਹੈ, ਸਵੈਜ ਜੀ ਨੇ ਗੱਲ ਕੀਤੀ ਹੈ, ਪ੍ਰਧਾਨ ਮੰਤਰੀ ਦੀ ਅਪੀਲ ਦਾ ਕੀ ਅਰਥ ਕੱਢਿਆ ਜਾਏ? ਕੀ ਅੜੀ ਕਿਸਾਨਾਂ ਦੀ ਹੈ ਜਾਂ ਅੜੀ ਦੋ ਮੰਤਰੀਆਂ ਦੀ ਹੈ? ਔਰ ਖਾਸ ਤੌਰ ਤੇ ਪੰਜਾਬ ਦੇ ਇੱਕ ਵੱਡੇ ਅਖਬਾਰ ਨੇ ਜਿੱਦਾਂ ਕਿਹਾ ਕਿ ਦੋਨਾਂ ਧਿਰਾਂ ਨੂੰ ਅੜੀ ਛੱਡ ਦੇਣੀ ਚਾਹੀਦੀ ਹੈ। ਦੋਨਾਂ ਧਿਰਾਂ ਦੀ ਅੜੀ ਕਿਵੇਂ ਦੇਖਦੇ ਹੋ? ਕਿਸਾਨ ਤਾਂ ਪਿਛਲੇ 3 ਮਹੀਨਿਆਂ ਤੋਂ ਲੜ ਰਹੇ ਹੈ ਕਿ ਅਸੀਂ ਤਬਾਹ ਹੋ ਜਾਵਾਂਗੇ ਜੇ ਖੇਤੀ ਕਾਨੂੰਨ ਵਾਪਸ ਨਾ ਲਏ। ਬੀਇੰਗ ਅ ਜਰਨਲਿਸਟ, ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਇਸ਼ੂ ਤੇ? ਦੇਖੋ ਜਗਤਾਰ ਜੀ, ਜੇ ਤਾਂ ਅੜੀ ਕਿਸਾਨਾਂ ਦੀ ਹੁੰਦੀ ਤਾਂ ਅੜੀ ਉਸ ਦਿਨ ਹੀ ਕਿਸਾਨਾਂ ਦੀ ਜਿਹੜੀ ਸੀ ਨਾ, ਉਸ ਦਿਨ ਹੀ ਖਤਮ ਹੋ ਗਈ ਸੀ ਜਿਸ ਦਿਨ ਅਮਿਤ ਸ਼ਾਹ ਨੂੰ ਮਹਿਸੂਸ ਹੋਇਆ ਕਿ ਐਮਰਜੈਂਸੀ ਮੀਟਿੰਗ ਰਾਤ ਵੇਲੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਕਿ ਅਮਿਤ ਸ਼ਾਹ ਨੂੰ ਉਹ ਫਿਗਰ ਦੇਖਦੇ ਆ ਕਿ ਜਿਹੜਾ ਫਿਗਰ ਸ਼ਾਇਦ ਬੀਜੇਪੀ ਵਾਸਤੇ ਬੜਾ ਇੰਪੋਰਟੈਂਟ ਆ। ਦੇਸ਼ ਦੇ ਜਿਹੜੇ ਇਹ ਕਹਿ ਸਕਦੇ ਲੋਕ ਆ ਜਿਹੜੇ ਅਮਿਤ ਸ਼ਾਹ ਨੂੰ ਦੂਸਰਾ ਸੈਕਿੰਡ ਪੀਐਮ ਮੰਨਦੇ ਨੇ, ਉਸ ਦਿਨ ਹੀ ਉਹ ਅੜੀ ਭੱਜ ਗਈ ਸੀ, ਜਾਂ ਉਸ ਦਿਨ ਹੀ ਅੜੀ ਜਿਹੜੀ ਟੁੱਟ ਗਈ ਸੀ, ਜਾਂ ਅੜੀ ਉਹ ਛੱਡਤੀ ਸੀ ਕਿਸਾਨਾਂ ਨੇ ਕਿ ਉਹ ਬਿਨਾਂ ਮੀਟਿੰਗ ਅਗਲੇ ਦਿਨ ਦੇ ਬਾਵਜੂਦ ਉਹ ਰਾਤ ਵੇਲੇ ਉਹ ਚਲੇ ਗਏ। ਜੇ ਅੜੀ ਹੁੰਦੀ ਤਾਂ ਸ਼ਾਇਦ ਉਹ ਮੀਟਿੰਗ ਨਾ ਅਟੈਂਡ ਕਰਦੇ। ਲੇਕਿਨ ਕਿਸਾਨਾਂ ਦੀ ਅੜੀ ਨਹੀਂ ਹੈ, ਕਿਸਾਨਾਂ ਦੀ ਅੜੀ ਨਹੀਂ ਹੈ। ਕਿਸਾਨਾਂ ਦਾ ਤੇ ਕਿਸਾਨ ਮੀਟਿੰਗ ਜਿੱਦਾਂ ਬਲਦੇਵ ਜੀ ਨੇ ਦੱਸਿਆ ਕਿ ਕਿਸਾਨਾਂ ਦੇ ਤੇ ਢਿੱਡ ਦਾ ਸਵਾਲ ਹੈ, ਮੁੱਛ ਦਾ ਸਵਾਲ ਤੁਸੀਂ ਬਣਾਇਆ। ਮਤਲਬ ਬੀਜੇਪੀ ਨੇ, ਕੇਂਦਰ ਸਰਕਾਰ ਮੁੱਛ ਦਾ ਸਵਾਲ ਬਣਾ ਕੇ ਬੈਠੀ ਹੈ। ਅੜੀ ਸ਼ਾਇਦ ਉਹ ਦੂਸਰੇ ਪੱਖ ਤੋਂ ਆ। ਜਿਹੜੀ ਮੋਦੀ ਜੀ ਦਾ ਦੇਖੋ ਇੱਕ ਬਿਆਨ ਆਉਂਦਾ ਕਿ ਪਿਊਸ਼ ਗੋਇਲ ਔਰ ਜਿਹੜੇ ਐਗਰੀਕਲਚਰ ਮਿਨਿਸਟਰ ਸੁਣੀ ਜਾਵੇ, ਉਹਨਾਂ ਦੀ ਗੱਲ ਨੂੰ ਸਮਝਿਆ ਜਾਵੇ, ਕਿਸਾਨ ਲੀਡਰਸ ਨੂੰ ਇਹ ਗੱਲ ਕਹਿ ਰਹੇ। ਦੂਸਰੇ ਪਾਸੇ ਪਿਊਸ਼ ਗੋਇਲ ਇੱਕ ਬਿਆਨ ਦਿੰਦੇ ਨੇ ਕਿ ਇਸ ਜਿਹੜੀ ਸੰਘਰਸ਼ ਹੈ, ਇਸ ਅੰਦੋਲਨ ਦੇ ਵਿੱਚ ਜੇ ਆਪਾਂ ਕਹੀਏ ਤੇ ਕਿਸਾਨ ਲੀਡਰਸ ਨਹੀਂ ਲੀਡ ਕਰ ਰਹੇ, ਇਹਦੇ ਵਿੱਚ ਕੁਝ ਖੱਬੇ ਪੱਖੀ ਮਾਓਵਾਦੀ ਲੋਕ ਜਿਹੜੇ ਨੇ ਉਹ ਆ ਚੁੱਕੇ ਨੇ। ਦੇਖੋ ਜੀ, ਜਦੋਂ ਕਿਸਾਨ ਨੇ ਗੱਲ ਨਹੀਂ ਮੰਨੀ, ਕਿਸਾਨ ਆਪਣਾ ਪੱਖ ਦੇ ਰਿਹਾ, ਤੁਹਾਨੂੰ ਦੱਸ ਰਿਹਾ ਕਿ ਮੇਰੇ ਢਿੱਡ ਦਾ ਸਵਾਲ ਆ, ਮੇਰੇ ਬੱਚਿਆਂ ਦੀ ਨਸਲਾਂ ਦਾ ਸਵਾਲ ਆ, ਤੁਸੀਂ ਜਾਂ ਤਾਂ ਉਹਦਾ ਜਵਾਬ ਦੇ ਦਿਓ। ਜੇ ਤੁਹਾਨੂੰ ਜਵਾਬ ਨਹੀਂ ਹੈ ਤੇ ਤੁਸੀਂ ਉਹਨੂੰ ਇੱਕ ਫਿਰਕੇ ਦੇ ਨਾਲ ਪਹਿਲਾਂ ਜੋੜ ਦਿੰਦੇ ਹੋ ਕਿ ਇੱਕ ਫਿਰਕੇ ਦਾ ਅੰਦੋਲਨ ਹੈ। ਜਦੋਂ ਦੇਖੋ ਦੂਸਰੇ ਸਟੇਟਾਂ ਦੇ ਕਿਸਾਨ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ, ਯੂਪੀ ਦੇ, ਉੱਤਰਾਖੰਡ ਦੇ, ਉੱਤਰਾਂਚਲ ਦੇ, ਹਰਿਆਣਾ ਦੇ, ਤਾਂ ਉਹ ਇੱਕ ਗੱਲ ਆ ਗਈ ਕਿ ਇਹ ਖੱਬੇ ਪੱਖੀ ਮਾਓਵਾਦੀ ਲੋਕ ਜਿਹੜੇ ਨੇ ਉਹ ਫੈਸਲਾ ਨਹੀਂ ਹੋਣ ਦਿੰਦੇ ਪਏ। ਪਿਊਸ਼ ਗੋਇਲ ਦਾ ਬਿਆਨ, ਔਰ ਜੇ ਪਿਊਸ਼ ਗੋਇਲ ਦਾ ਬਿਆਨ ਇਹ ਹੈ ਤਾਂ ਫਿਰ ਕਿਸਾਨ ਦਾ ਇਸ ਗੱਲ ਦੇ ਪਿਊਸ਼ ਗੋਇਲ ਨੂੰ ਕਹਿ ਕੇ ਸਮਝੌਤਾ ਕਰ ਲੈਣ। ਪਹਿਲੀ ਗੱਲ ਤਾਂ ਇਹ ਕਿ ਪਿਊਸ਼ ਗੋਇਲ ਔਰ ਜਿਹੜੇ ਐਗਰੀਕਲਚਰ ਮਿਨਿਸਟਰ ਤੋਮਰ ਆ, ਉਹਨਾਂ ਕੋਲ ਇੰਨੀ ਪਾਵਰਸ ਹੀ ਨਹੀਂ ਹੈ ਕਿ ਉਹ ਫੈਸਲਾ ਲੈ ਸਕਣ। ਜੇ ਫੈਸਲਾ ਲੈਣ ਦੀਆਂ ਪਾਵਰਸ ਹੁੰਦੀਆਂ ਤਾਂ ਸ਼ਾਇਦ ਇਹ 5ਵੇਂ ਜਾਂ 6ਵੇਂ ਦੌਰ ਦੀ ਮੀਟਿੰਗ ਤੱਕ ਗੱਲ ਚੱਲਦੀ। ਜੀ ਜਗਤਾਰ ਜੀ ਥੈਂਕ ਯੂ ਵੈਰੀ ਮਚ। ਸਵੈਜ ਜੀ, ਇੱਕ ਸਵਾਲ ਇਸ ਮੁੱਦੇ ਤੇ ਜਿਸ ਤਰ੍ਹਾਂ ਗੱਲ ਗੁਰਪ੍ਰੀਤ ਉਹਨਾਂ ਨੇ ਕੀਤੀ ਹੈ, ਤੁਹਾਡੇ ਤੋਂ ਵੀ ਲੈਣਾ ਚਾਹਾਂਗਾ। ਇੱਕ ਪਾਸੇ ਤਾਂ ਗੱਲਬਾਤ ਦਾ ਸੱਦਾ, ਗੱਲਬਾਤ ਦਾ ਹੱਥ ਵਧਾਇਆ ਜਾ ਰਿਹਾ ਹੈ, ਦੂਜੇ ਪਾਸੇ ਉਹੀ ਮੰਤਰੀ ਜਿਹੜੇ ਲਗਾਤਾਰ ਸਾਰੀਆਂ ਮੀਟਿੰਗਾਂ 'ਚ ਬੈਠ ਰਹੇ ਹੈ, ਤੋਮਰ ਜੀ, ਉਹਨਾਂ ਦਾ ਇਹ ਬਿਆਨ ਆਇਆ ਹੈ ਕਿ ਜਿਹੜੇ ਕਿਸਾਨ ਨੇਤਾ ਹੈਗੇ ਆ ਉਹਨਾਂ ਨੂੰ ਉਹ ਜਿਹੇ ਅਨਸਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜਿਹੜੇ ਕਿ ਗੜਬੜ ਕਰਾ ਸਕਦੇ ਹੈ। ਜਾਣੀ ਉਹਨਾਂ ਨੂੰ ਅਜੇ ਵੀ ਲੱਗਦਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੈਗਾ ਇੱਕ ਗੜਬੜ ਦੀ ਵਜ੍ਹਾ ਬਣ ਸਕਦਾ ਹੈ। ਪਰ ਦੂਜੇ ਪਾਸੇ ਜਿਹੜੇ ਭਾਜਪਾ ਦੇ ਆਗੂਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ, ਜਿਸ ਤਰੀਕੇ ਨਾਲ ਗੁਰਪ੍ਰੀਤ ਜੀ ਨੇ ਕਿਹਾ, ਉਹਨਾਂ ਨੂੰ ਕੇਂਦਰੀ ਮੰਤਰੀ ਉਹਨਾਂ ਵੱਲੋਂ ਕਿਹਾ ਜਾਵੇ
ਕਿ ਇਹਦੇ 'ਚ ਪਾਕਿਸਤਾਨੀ ਐਲੀਮੈਂਟ ਹੋ ਸਕਦੇ ਆ ਜੀ, ਇਹਦੇ ਚਾਈਨਾ ਦਾ ਐਲੀਮੈਂਟ ਹੋ ਸਕਦਾ ਜੀ, ਇਹਦੇ 'ਚ ਨਕਸਲੀ ਹੋ ਸਕਦੇ ਆ, ਇਹਦੇ 'ਚ ਖਾਲਿਸਤਾਨੀ ਹੋ ਸਕਦੇ ਆ। ਜਾਣੀ ਕਿਉਂ ਭਾਜਪਾ ਨੂੰ ਜਿਹੜਾ ਹੈਗਾ ਕਿਸਾਨ ਅੰਦੋਲਨ ਤਾਂ ਦਿਖਦਾ ਕਿ ਮਾੜੇ ਅਨਸਰ ਹੈ, ਇੱਕ ਜ਼ਿੰਮੇਵਾਰ ਜਿਹੜੇ ਹੈਗੇ ਆ ਅਧਿਕਾਰੀ, ਜ਼ਿੰਮੇਵਾਰ ਨੇਤਾ, ਮੰਤਰੀ, ਉਹ ਲਗਾਤਾਰ ਇੱਕ ਵਿਰੋਧ 'ਚ ਬਿਆਨ ਦੇ ਰਹੇ ਹੈ। ਇਹ ਕਿਸ ਤਰ੍ਹਾਂ ਦਾ ਟਕਰਾਅ ਜਾਂ ਕਿਸ ਤਰ੍ਹਾਂ ਦੀ ਸਮਝੌਤੇ ਦੀ ਸਥਿਤੀ ਹੈ? ਸਿੱਧੂ ਸਾਹਿਬ, ਜੀ ਇਹ ਸਰ ਜੀ। ਸਰਕਾਰ ਦੇ ਪੈਂਤੜੇ ਨੇ, ਇਹ ਸਰਕਾਰ ਦੇ ਪੈਂਤੜੇ ਨੇ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਇਹ ਕਾਨੂੰਨ ਵਾਪਸ ਲੈ ਜਾਣ। ਸਰਕਾਰ ਹਜੇ ਵੀ ਅੜੀ ਹੋਈ ਹੈਗੀ ਕਿ ਜੋ ਅਸੀਂ ਕਾਨੂੰਨ ਬਣਾਤੇ ਠੀਕ ਬਣਾਤੇ, ਅਸੀਂ ਵਾਪਸ ਨਹੀਂ ਲੈਣੇ। ਤੇ ਉਹਨਾਂ ਦਾ ਹਜੇ ਵੀ ਇੱਥੇ ਇਸ ਗੱਲ ਤੇ ਅੜੇ ਹੋਏ ਨੇ। ਉਹ ਇਸੇ ਕਰਕੇ ਉਹ ਪੈਂਤੜੇ ਅਲੱਗ-ਅਲੱਗ ਤਰ੍ਹਾਂ ਦੇ ਵਰਤ ਰਹੇ ਨੇ। ਕਿਸਾਨਾਂ ਨੂੰ ਜਿਹੜੀ ਹੈਗੀ ਹੈ ਬਾਰ-ਬਾਰ 1 ਮੀਟਿੰਗ, 2 ਮੀਟਿੰਗ, 3 ਮੀਟਿੰਗ, 4 ਮੀਟਿੰਗ, ਉਹਨੂੰ ਫਿਰ ਲੰਬੀਆਂ ਮੀਟਿੰਗਾਂ ਬਣਾ ਕੇ ਮਤਲਬ ਜਿੰਨਾ ਲੰਬਾ ਖਿੱਚਿਆ ਜਾ ਸਕੇ। ਕਿਉਂਕਿ ਉਹਨਾਂ ਦਾ ਇਹ ਮੰਨਣਾ ਕਿ ਜਿੰਨਾ ਸੰਘਰਸ਼ ਲੰਮਾ ਜਾਏਗਾ ਇਹਦੇ ਵਿੱਚ ਕੁਛ ਦੋ ਫਾੜ ਹੋ ਜਾਣਗੇ, ਕੁਛਾਂ ਨੂੰ ਅਸੀਂ ਬਦਨਾਮ ਕਰ ਦਿਆਂਗੇ, ਅਸੀਂ ਆਪਣੇ ਵਿੱਚ ਏਜੰਸੀਜ਼ ਹੁੰਦੀਆਂ ਨੇ, ਏਜੰਸੀਆਂ ਦੇ ਬੰਦੇ ਉੱਥੇ ਬਾੜ ਕੇ ਅਸੀਂ ਇਸ ਸੰਘਰਸ਼ ਨੂੰ ਡੀਰੇਲ ਕਰ ਦਿਆਂਗੇ। ਖਾਲਿਸਤਾਨੀਆਂ ਦੀ ਗੱਲ ਕਰਨੀ ਜਾਂ ਮਾਓਵਾਦੀਆਂ ਦੀ ਗੱਲ ਕਰਨੀ, ਚਾਈਨਾ ਦੀ ਗੱਲ ਕਰਨੀ, ਪਾਕਿਸਤਾਨ ਦੀ ਗੱਲ ਕਰਨੀ, ਇਹ ਬੀਜੇਪੀ ਦਾ ਇੱਕ ਮਤਲਬ ਰੂਟੀਨ ਜੀ ਬਣ ਗਈ ਹੈ ਜੀ। ਕੋਈ ਵੀ ਜੇ ਬੀਜੇਪੀ ਦੇ ਖਿਲਾਫ ਬੋਲਦਾ ਹੈ, ਕੇਂਦਰ ਸਰਕਾਰ ਦੇ ਖਿਲਾਫ ਬੋਲਦਾ ਹੈ, ਉਹਨੂੰ ਪਾਕਿਸਤਾਨੀ ਕਹਿ ਦੇਣਗੇ, ਉਹਨੂੰ ਖਾਲਿਸਤਾਨੀ ਕਹਿਣਗੇ, ਉਹਨੂੰ ਮਾਓਵਾਦੀ ਕਹਿ ਦੇਣਗੇ, ਉਹਨੂੰ ਅਰਬਨ ਨਕਸਲਾਈਟ ਕਹਿ ਦੇਣਗੇ। ਤੋ ਇਹ ਆਪਦੇ ਪੈਂਤੜੇ ਵਰਤ ਰਹੇ ਨੇ। ਲੇਕਿਨ ਮੈਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹਾਂ। ਮੈਂ ਸਲੂਟ ਕਰਦਾ ਕਿਸਾਨ ਜਥੇਬੰਦੀਆਂ ਨੂੰ ਤੇ ਉਹਨਾਂ ਦੇ ਜਿਹੜੇ ਨੇਤਾ ਨੇ, ਲੀਡਰ ਨੇ, ਕਿ ਉਹ ਇਹਨਾਂ ਸਾਰੇ ਮਤਲਬ ਜਿਹੜੇ ਅਟੈਕਸ ਨੇ ਸਰਕਾਰ ਵੱਲੋਂ, ਇਹਨਾਂ ਸਾਰੇ ਹਮਲਿਆਂ ਤੋਂ ਬਾਵਜੂਦ ਉਹ ਆਪਣੇ ਸੰਘਰਸ਼ ਨੂੰ ਜਿਹੜੀ ਦਿਸ਼ਾ ਹੈਗੀ ਹੈ ਉਹ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੇ ਨੇ। ਉਹ ਹਰ ਰੋਜ਼ ਸਟੇਜ ਤੋਂ ਇਹ ਗੱਲ ਆਪਣੇ ਨੌਜਵਾਨਾਂ ਨੂੰ, ਆਪਣੇ ਸਾਰੇ ਜਿਹੜੇ ਉੱਥੇ ਬੈਠੇ ਨੇ ਲੋਕ, ਉਹਨਾਂ ਨੂੰ ਕਹਿੰਦੇ ਨੇ ਵੀ ਦੇਖਿਓ ਕਿਤੇ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆ ਜਾਓ, ਤੁਸੀਂ ਗਲਤ ਅਨਸਰਾਂ ਦੇ ਗੱਲਾਂ 'ਚ ਕਿਆ ਕੋਈ ਏਦਾਂ ਦੀ ਗੱਲ ਨਾ ਕਰ ਬੈਠਿਓ ਕਿਤੇ ਜਿਹਦੇ ਨਾਲ ਸਾਡਾ ਸੰਘਰਸ਼ ਜਿਹੜਾ ਹੈਗਾ ਉਹਨੂੰ ਢਾਹ ਲੱਗੇ ਤੇ ਗਵਰਨਮੈਂਟ ਨੂੰ ਮੌਕਾ ਮਿਲ ਜੇ। ਤੇ ਸਰਕਾਰੀ ਚੈਨਲ ਵੀ ਦੇਖੋ, 2-3 ਚੈਨਲ ਤਾਂ ਪੱਕੇ ਹੀ ਲੱਗੇ ਹੋਏ ਨੇ ਕਿਸਾਨਾਂ ਨੂੰ ਬਦਨਾਮ ਕਰਨ ਤੇ। ਮਾੜੀ ਜਿਹੀ ਗੱਲ, ਕੋਈ ਨਿੱਕੀ ਜਿਹੀ ਗੱਲ ਹੁੰਦੀ ਹੈ, ਕੋਈ ਦੇਖੋ ਆਪਣੇ ਪੰਜਾਬ ਦੇ ਵਿੱਚ ਇੱਕ ਆਮ ਜਿਹੀ ਗੱਲ ਹੈਗੀ ਹੈ, ਟਰੈਕਟਰਾਂ ਤੇ ਕਾਰਾਂ ਤੇ ਆਪਾਂ ਫੋਟੋਆਂ ਦੇਖਦੇ ਹਾਂ, ਹਥਿਆਰਾਂ ਦੇ ਜਿਹੜੀਆਂ ਫੋਟੋਆਂ, ਹੋਰ ਇਹ ਆਮ ਜਿਹੀ ਗੱਲ ਹੈਗੀ, ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ। ਲੇਕਿਨ ਉਹਨਾਂ ਵਾਸਤੇ ਉਹ ਚੈਨਲ ਛੋਟੀ ਜਿਹੀ ਗੱਲ ਨੂੰ ਚੱਕ, ਥੈਂਕ ਯੂ ਵੈਰੀ ਮਚ, ਉਹਨਾਂ ਨੂੰ ਨਜ਼ਰ ਹੀ ਇਹ ਆਉਂਦਾ ਹੈ ਜਾਣਬੁੱਝ ਕੇ ਬਾਰ-ਬਾਰ ਉਹ ਚੈਨਲਾਂ ਤੇ ਆਪਣੇ ਤੇ ਉਹੀ ਗੱਲ ਦਿਖਾਈ ਜਾਣਗੇ ਕਿ ਦੇਸ਼ ਦੇ ਲੋਕ ਜਿਹੜੇ ਹੈਗੇ ਉਹ ਇਹ ਸਮਝਣ ਕਿ ਇਹ ਜਿਹੜੇ ਹੈਗੇ ਇਹ ਗਲਤ ਅਨਸਰ ਹੈਗੇ ਆ, ਐਂਟੀ ਨੈਸ਼ਨਲ ਤਾਂ ਦੇਖੋ ਸਰਕਾਰ ਹੈਗੀ ਹੈ, ਸਰਕਾਰ ਐਂਟੀ ਨੈਸ਼ਨਲ ਤੋਂ ਵੱਡੀ ਸਰਕਾਰ ਹੈਗੀ ਜਿਹੜੀ ਕਿਸਾਨਾਂ ਦੀ ਗੱਲ ਨਹੀਂ ਮੰਨ ਰਹੀ। ਸਰਕਾਰ ਆਪਣੀ ਜਾਨ ਦੇ ਰਹੇ ਨੇ, ਆਪਣਾ ਦੇਖੋ ਖੂਨ ਦੇ ਰਹੇ ਨੇ, ਸਰਹੱਦਾਂ ਦੇ ਖੂਨ ਦੇ ਰਹੇ ਨੇ, ਉਹਨਾਂ ਦੇ ਬੱਚੇ ਹੈਗੇ ਆ। ਤੁਸੀਂ ਦੇਖਿਆ ਕਿਤੇ RSS ਦਾ ਬੱਚਾ ਕਿਸੇ ਦਾ ਉੱਥੇ ਸਰਹੱਦ ਤੇ ਮਰਿਆ ਹੋਵੇ, ਸ਼ਹੀਦ ਹੋਇਆ ਹੋਵੇ? ਕਿਸੇ ਦੇਖਿਆ ਬੀਜੇਪੀ ਦਾ ਲੀਡਰ ਦਾ ਕਿਸੇ ਦਾ ਸ਼ਹੀਦ ਹੋਇਆ ਹੋਵੇ ਸਰਹੱਦ ਤੇ? ਸਾਡੇ ਬੱਚੇ ਨੇ, ਆ ਕਿਸਾਨਾਂ ਦੇ ਬੱਚੇ ਨੇ ਜਿਹੜੇ ਉੱਥੇ ਸ਼ਹੀਦ ਹੋ ਰਹੇ ਨੇ, ਚਾਹੇ ਪੁਲਵਾਮਾ ਹੋਵੇ, ਚਾਹੇ ਹੋਰ ਥੈਂਕ ਯੂ ਵੈਰੀ ਮਚ ਜੀ। ਆਪਾਂ ਨੂੰ ब्रेक लेनी पेगी, लेने एक छोटी जी ब्रेक ਉਹਦੇ ਇਸੇ ਮੁੱਦੇ ਤੇ ਆ ਰਹੇ ਵਾਪਸ ਕਿ ਇੱਕ ਪਾਸੇ ਕਿਸਾਨਾਂ ਨਾਲ ਗੱਲਬਾਤ ਲਈ ਹੱਥ ਵਧਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਸ ਤਰੀਕੇ ਨਾਲ ਇਦਾਂ ਦੇ ਦੋਸ਼ ਲਗਾਏ ਜਾ ਰਹੇ ਕਿ ਅੰਦੋਲਨ ਨੂੰ ਕਿਵੇਂ ਬਦਨਾਮ ਕੀਤਾ ਜਾ ਸਕੇ। ਇਹ ਸਭ ਦੇ ਬਾਵਜੂਦ ਜਿਹੜਾ ਹੈਗਾ ਇੱਕ ਉਹ ਕਾਫਲਾ ਵੀ ਹੈ ਜਿਹੜਾ ਲਗਾਤਾਰ ਦਿੱਲੀ ਵੱਲ ਆਏ ਦਿਨ ਵੱਧ ਰਿਹਾ ਤੇ ਕਹਿ ਰਿਹਾ ਕਿ ਅਸੀਂ ਆਪਣੀਆਂ ਮੰਗਾਂ ਦੇ ਉੱਤੇ ਡਟੇ ਰਹਾਂਗੇ ਤੇ ਜਿਹੜੇ ਖੇਤੀ ਵਾਲੇ ਜਿਹੜੇ ਨਵੇਂ ਕਾਨੂੰਨ ਬਣੇ ਆ ਉਹ ਰੱਦ ਕਰਵਾ ਕੇ ਹੀ ਦਮ ਲਵਾਂਗੇ। ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਟ੍ਰੇਡ ਦਰਸ਼ਕਾਂ ਦਾ ਸਵਾਗਤ ਹੈ। ਬਲਦੇਵ ਜੀ, ਜਿਸ ਮੁੱਦੇ ਤੇ ਮੈਂ ਸਵਾਲ ਲੈ ਰਿਹਾ, ਸਵਾਲ ਲੈਣ ਤੋਂ ਪਹਿਲਾਂ ਮੈਂ ਦਰਸ਼ਕਾਂ ਦੇ ਧਿਆਨ 'ਚ ਕੋਈ ਤੱਥ ਲਿਆਉਣਾ ਚਾਹੁੰਦਾ ਕਿ ਕਿਸ ਤਰੀਕੇ ਨਾਲ ਅੰਦੋਲਨ ਨੂੰ, ਜਿਹੜੇ ਅੰਦੋਲਨ ਦੇ ਵਿਰੋਧੀ ਹੈ ਸਰਕਾਰੀ ਧਿਰਾਂ, ਉਹਨਾਂ ਤੇ ਪੋਚਾ ਫੇਰੀਆਂ ਤੇ ਅਸਲੀਅਤ ਕੀ ਹੈ। ਮੈਂ ਦੋ ਨਿੱਕੀਆਂ ਜਿਹੀਆਂ ਐਗਜ਼ਾਮਪਲਾਂ ਜਿਹੜੀਆਂ ਹੈਗੀਆਂ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਵਰਿੰਦਰਪਾਲ ਸਿੰਘ 10 ਸਾਲ ਦੀ ਖੋਜ ਤੋਂ ਬਾਅਦ ਉਹਨਾਂ ਨੂੰ ਅਵਾਰਡ ਮਿਲਿਆ ਤੇ ਕਿਸਾਨੀ ਦੀ ਹਾਲਤ ਜੋ ਇਸ ਵੇਲੇ ਬਣੀ ਹੈ ਉਹਦੇ ਮੱਦੇਨਜ਼ਰ ਉਹਨਾਂ ਨੇ ਕੇਂਦਰੀ ਮੰਤਰੀ ਤੋਂ ਅਵਾਰਡ ਲੈਣ ਤੋਂ ਨਾ ਕਰ ਦਿੱਤੀ ਹੈ। ਸੁਰਜੀਤ ਪਾਤਰ ਪਦਮ ਸ਼੍ਰੀ ਅਵਾਰਡ ਜਿਹੜਾ ਹੈਗਾ ਵਾਪਸ ਕੀਤਾ ਗਿਆ। ਆਪਣੇ ਕੋਲੇ ਸਮਾਂ ਨਹੀਂ, ਪੰਜਾਬ ਦੇ ਕਿੰਨੇ ਖਿਡਾਰੀ, ਕਿੰਨੇ ਜਿਹੜੇ ਕਿ ਅਧਿਕਾਰੀ, ਕਿੰਨੇ ਲੇਖਕ ਹੈ, ਪੱਤਰਕਾਰ ਹੈ ਜਿਨ੍ਹਾਂ ਨੇ ਕੌਮੀ ਪੱਧਰ ਤੇ ਆਪਣੇ ਅਵਾਰਡ ਵਾਪਸ ਕੀਤੇ ਹੈ।
ਕੇਵਲ ਪੰਜਾਬ ਹੀ ਨਹੀਂ, ਰਾਜਸਥਾਨ ਦੇ ਇੱਕ ਡਾਕਟਰ ਜਿਨ੍ਹਾਂ ਨੇ ਕਿਸਾਨਾਂ ਦੀ ਸੇਵਾ ਕਰਨੀ ਚਾਹੀ, ਉਹਨਾਂ ਨੂੰ ਛੁੱਟੀ ਨਹੀਂ ਮਿਲੀ, ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਦਿੱਲੀ ਪਹੁੰਚ ਗਏ ਅਤੇ ਇਸ ਵੇਲੇ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਹੈ। ਇਹ ਤੱਥ ਵੀ ਹੈ, ਜਿਹੜੇ ਤੱਥ ਦਿਖਾਉਣ ਦੀ ਇਦਾਂ ਦੀਆਂ ਹਜ਼ਾਰਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਜਿਨ੍ਹਾਂ ਨੂੰ ਵਿਰੋਧੀਆਂ ਵੱਲੋਂ ਦੇਖਿਆ ਨਹੀਂ ਜਾ ਰਿਹਾ, ਜਿਨ੍ਹਾਂ ਨੂੰ ਕਿਸਾਨ ਅੰਦੋਲਨ ਚੋਂ ਕਿ ਹੀ ਨਜ਼ਰ ਆ ਰਿਹਾ ਹੈ ਕਿ ਦੇਸ਼ ਵਿਰੋਧੀ ਹੈ, ਮਾੜੇ ਅੰਸਰ ਹੈ। ਆਹ ਅੰਸਰ ਹੈ ਜਿਨ੍ਹਾਂ ਦੇ ਸਿਰ ਤੇ ਧਰਤੀ ਟਿਕੀ ਵੀ ਹੈ, ਜਿਨ੍ਹਾਂ ਦੇ ਸਿਰ ਤੇ ਹਿੰਦੁਸਤਾਨ ਟਿਕਿਆ ਵਾ। ਬਲਦੇਵ ਜੀ, ਜਿਹੜਾ ਮੈਂ ਸਵਾਲ ਲੈਣ ਲੱਗਿਆ ਤੁਹਾਡੇ ਤੋਂ, ਇਹ ਸਾਰੀਆਂ ਵਿਰੋਧਤਾਈਆਂ ਦੇ ਬਾਵਜੂਦ ਤੁਸੀਂ ਦਿੱਲੀ ਦੇ ਬਾਰਡਰ ਤੇ ਬੈਠੇ ਹੋ, ਇਸ ਵੇਲੇ ਕਿਹੋ ਜਿਹਾ ਜਿਹੜਾ ਹੈਗਾ ਕਿਸਾਨ ਅੰਦੋਲਨ ਨੂੰ ਹੁੰਗਾਰਾ ਹੈ ਤੇ ਕਿੰਨੇ ਕੁ ਹੌਸਲੇ ਬੁਲੰਦ ਹੈ? ਬਹੁਤ ਵੱਡਾ ਹੰਗਾਰਾ ਜੀ ਸਿੱਧੂ ਸਾਹਿਬ। ਤੁਸੀਂ ਹੈਰਾਨ ਹੋਵੋਗੇ ਕਿ ਅੱਜ ਸਟੇਜ ਤੋਂ ਆਪਣੇ ਸੀਨੀਅਰ ਪੁਲਿਸ ਅਫਸਰ ਦੀ ਮੈਸੇਜ ਜਸਵਿੰਦਰ ਕੌਰ ਚਹਿਲ ਉਹ ਸਟੇਜ ਤੋਂ ਬੋਲ ਕੇ ਗਏ ਆ, ਸਪੀਚ ਦੇ ਕੇ ਗਏ ਆ, ਪੂਰਨ ਹਮਾਇਤ ਦੇ ਕੇ ਗਏ ਆ ਜੀ। ਇਸੇ ਤਰ੍ਹਾਂ ਡਾਕਟਰ ਆ, ਮਾਸਟਰ ਆ, ਵਕੀਲ ਆ, ਇਹ ਤਾਂ ਰੋਜ਼ਾਨਾ ਹੀ ਬਹੁਤ ਸਾਰੇ ਆਉਂਦੇ ਆ। ਤੇ ਬਾਕੀ ਇਕੱਲੇ ਜਿਹੜੇ ਮੈਡਲ ਵਾਪਸ ਕਰਨ ਵਾਲੀ ਗੱਲ ਆ ਜਾਂ ਅਸਤੀਫੇ ਦੇਣ ਵਾਲੀ ਗੱਲ ਆ, ਉਹ ਇਕੱਲੇ ਪੰਜਾਬ ਦੀ ਨਹੀਂ ਹੈਗੀ ਜੀ, ਉਹ ਹਰਿਆਣੇ ਦੇ, ਯੂਪੀ ਦੇ, ਮਹਾਰਾਸ਼ਟਰ ਦੇ, ਬਹੁਤ ਸਾਰੇ ਹੋਰ ਇੱਧਰੋਂ ਵੀ ਸਾਡੀਆਂ ਸਟੇਜਾਂ ਤੇ ਆ ਕੇ ਉਹ ਜਿਹੜੇ ਅਵਾਰਡ ਆ ਉਹ ਵਾਪਸ ਕਰ ਰਹੇ ਆ। ਦੂਸਰੀ ਗੱਲ ਚਾਵਲਾ ਸਾਹਿਬ ਨੇ ਕਹੀ ਸੀ ਕਿ ਇਹਨਾਂ ਨੂੰ ਜੀ ਮਾਓਵਾਦੀ ਕਹਿੰਦੇ ਆ, ਇਹਨਾਂ ਨੂੰ ਜੀ ਅਰਬਨ ਸਟੇਟ ਵਾਲੇ ਨਕਸਲੀਏ ਕਹਿੰਦੇ ਨੇ, ਇਹਨਾਂ ਨੂੰ ਖਾਲਸਤਾਨੀ ਕਹਿੰਦੇ। ਉਹਦਾ ਇਦੋਂ ਵੀ ਕਹਾਂ ਟੱਪ ਗਏ, ਇਹ ਤਾਂ ਹੁਣ ਪਾਕਿਸਤਾਨ ਦੇ ਨਾਲ, ਚੀਨ ਦੇ ਨਾਲ ਰਲਾਤਾ ਜੀ ਸਾਨੂੰ ਇਹਨਾਂ ਨੇ। ਪਰ ਦੂਸਰੀ ਜਿਹੜਾ ਤੁਸੀਂ ਸਵਾਲ ਕੀਤਾ, ਹੌਸਲੇ ਤਾਂ ਇੰਨੇ ਬੁਲੰਦ ਆ ਜੀ। 35 ਕਿਲੋਮੀਟਰ ਤੇ ਮੈਂ ਟਿਕਰੀ ਬਾਰਡਰ ਤੇ ਆ, 35 ਕਿਲੋਮੀਟਰ ਤੱਕ ਦਾ ਜਿਹੜਾ ਹੈਗਾ ਜਾਮ ਲੱਗਿਆ ਹੋਇਆ ਤੇ ਉਹ ਜਾਮ ਦੇ ਵਿੱਚ ਵਾਧਾ ਹੋ ਰਿਹਾ ਜੀ। ਹਰਿਆਣਾ ਸਰਕਾਰ ਇੱਕ ਵਾਰੀ ਫੇਰ ਘਬਰਾ ਚੁੱਕੀ ਹੈ ਜੀ। ਅੱਜ ਸਾਡੇ ਕੋਲੇ ਰਿਪੋਰਟ ਆਈ ਸੀ ਕਿ ਹਰਿਆਣਾ ਸਰਕਾਰ ਦੁਬਾਰਾ ਬੈਰੀਕੇਡਿੰਗ ਕਰ ਰਹੀ ਆ। ਉਹ ਭੁੱਲ ਗਈ ਉਹ 26 ਵਾਲਾ ਦਿਨ ਕਿ ਇਹ ਬੈਰੀਕੇਡਿੰਗ ਸਾਡੇ ਜਿਹੜੇ ਹੈਗੇ ਆ ਨਹੀਂ ਰਹਿਣਗੇ। ਹੌਸਲੇ ਬਹੁਤ ਬੁਲੰਦ ਆ ਜੀ, ਕਿਉਂਕਿ ਸਾਨੂੰ ਜਿਹੜਾ ਸਪੋਰਟ ਆ ਜਿਹੜੀ ਇਸ ਸੰਘਰਸ਼ ਨੂੰ, ਇਸ ਮੋਰਚੇ ਨੂੰ, ਜਦੋਂ ਦੁਨੀਆ ਪੱਧਰ ਦੀ ਹਮਾਇਤ ਆ ਜੇ ਤਾਂ ਫੇਰ ਜਿਹੜੇ ਹੌਸਲੇ ਆ ਜੀ ਉਹ ਹੌਸਲੇ ਪਸਤ ਕਿਵੇਂ ਹੋਣਗੇ? ਹੌਸਲੇ ਸਾਡੇ ਬੁਲੰਦ ਆ, ਚੜ੍ਹਦੀ ਕਲਾ ਦੇ ਵਿੱਚ ਆ। ਇਹ ਜੀ ਮੈਂ ਤੁਹਾਨੂੰ ਕਹਿ ਸਕਦਾ ਬੜੇ ਦਾਅਵੇ ਦੇ ਨਾਲ ਵੀ 2 ਨੂੰ ਮੰਨ ਜਾਣ, 4 ਨੂੰ ਮੰਨ ਜਾਣ, 5 ਨੂੰ ਮੰਨ ਜਾਣ, ਇਹ ਕਿਸਾਨ ਅੰਦੋਲਨ ਸੱਚਾ ਸੁੱਚਾ ਆਪਣੀ ਜਿਹੜੀ ਗੱਲ ਆ ਜਾਇਜ਼ ਠਹਿਰਾਤੀ ਇਹਨਾਂ ਨੂੰ ਵੀ ਜਿਹੜੇ ਸਾਡੀ ਮੰਗਾਂ ਨੇ, ਜਿਹੜਾ ਸਾਡੇ ਹੱਕ ਆ, ਹੱਕ ਅਸੀਂ ਲੈ ਕੇ ਜਾਣੇ ਆ। ਇਹ ਸਾਨੂੰ ਖਾਲਸਤਾਨੀ ਕਹਿਣ, ਜੋ ਮਰਜ਼ੀ ਕਹਿਣ, ਅਸੀਂ ਤਾਂ ਹੱਕਵਾਦੀ ਆ ਜੀ, ਹੱਕਵਾਦੀ। ਹੱਕ ਲੈਣ ਆਏ ਆ ਇੱਥੇ, ਹੱਕ ਲੈ ਕੇ ਜਾਵਾਂਗੇ ਹਰ ਹਾਲਤ, ਬੜੇ ਦ੍ਰਿੜਤਾ ਦੇ ਨਾਲ, ਬੜੀ ਸਿੱਦਤ ਦੇ ਨਾਲ, ਬੜੇ ਸ਼ਾਂਤਮਈ ਤਰੀਕੇ ਦੇ ਨਾਲ। ਅਸੀਂ ਰੋਜ਼ਾਨਾ ਹੀ ਮੇਰੀ ਡਿਊਟੀ ਆ ਟਿਕਰੀ ਬਾਰਡਰ ਤੇ, ਮੈਂ ਸਟੇਜ ਤੇ ਹੀ ਰਹਿਣਾ, ਜਿੰਨਾ ਚੱਕਰ ਚੱਲਦੀ ਆ। ਤੇ ਉਹਦੇ ਵਿੱਚ ਅਸੀਂ ਅਨਾਉਂਸ ਕਰਦੇ ਹਾਂ ਵੀ ਦਿੱਲੀ ਦੇ ਕਿਸੇ ਵਾਸੀ ਨੂੰ, ਕਿਸੇ ਹਰਿਆਣੇ ਦੇ ਵਾਸੀ ਨੂੰ, ਕਿਤੇ ਕੋਈ ਹੋਰ ਇੱਥੇ ਮੁਸਾਫਰ ਆ ਜਾਂਦਾ, ਉਹਨੂੰ ਭੋਰਾ ਜਿੰਨੀ ਵੀ ਆਪ ਚਾਹੇ ਜਿੰਨੀ ਮਰਜ਼ੀ ਤਕਲੀਫ ਝੱਲ ਲਓ, ਉਹਨਾਂ ਨੂੰ ਕਿਸੇ ਨੂੰ ਵੀ ਭੋਰਾ ਵੀ ਇੱਕ ਤਕਲੀਫ ਨਹੀਂ ਤਕਲੀਫ ਆਉਣ ਦਿੰਦੇ ਅਸੀਂ। ਜੇ ਕੋਈ ਮਾਤਾ, ਜੇ ਕੋਈ ਬੀਬੀ, ਕੋਈ ਸਿਰ ਤੇ ਬੋਰੀ ਰੱਖੀ ਜਾਂਦੀ ਆ, ਸਾਡੇ ਵਰਕਰ ਆ ਜਿਹੜੇ ਉਹ ਕੋਸ਼ਿਸ਼ ਕਰਦੇ ਆ ਉਹਦੇ ਸਿਰ ਤੋਂ ਲਾ ਕੇ ਆਪਣੇ ਸਿਰ ਤੇ ਰੱਖ ਕੇ ਉਹਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਜਿਹੜੀ ਹੈਗੀ ਅਸੀਂ ਗੱਲ ਕਰਦੇ ਆ। ਇੱਕ ਮੈਂ ਤੁਹਾਨੂੰ ਹੋਰ ਬੜੀ ਹੈਰਾਨੀ ਵਾਲੀ ਗੱਲ ਦੱਸਦਾ ਜੀ। ਮੋਬਾਈਲ ਮੇਰਾ ਬੰਦ ਹੋ ਗਿਆ ਸੀਗਾ ਤੇ ਨਹੀਂ ਮੈਂ ਉਹ ਵੀਡੀਓ ਬਣਾ ਕੇ ਤੁਹਾਨੂੰ ਭੇਜਣੀ ਸੀ। ਨਿੱਕੇ ਨਿੱਕੇ ਬੱਚੇ, 5-5 ਸਾਲ ਦੇ, 7-7 ਸਾਲ ਦੇ ਬੱਚੇ ਜਿਹੜੇ ਇੱਥੇ ਭਿਖਾਰੀ ਨੇ, ਜਿਹੜੇ ਇੱਥੇ ਮੰਗਣ ਵਾਲੇ ਨੇ, ਉਹਨਾਂ ਦੇ ਬੱਚੇ ਮੈਂ ਖੁਦ ਦੇਖਿਆ ਅੱਖਾਂ ਦੇ ਨਾਲ, ਆਪਦੀਆਂ ਦੇ ਨਾਲ, ਕੰਨਾਂ ਦੇ ਨਾਲ ਸੁਣਦਿਆਂ ਦੇ ਮੋਦੀ ਮੁਰਦਾਬਾਦ, ਮੋਦੀ ਮੁਰਦਾਬਾਦ ਨਾਅਰੇ ਲਾ ਰਹੇ ਸੀਗੇ ਉਹ। ਤੇ ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦੇ ਨਾਲੇ ਹੋਏ ਖੜੇ ਸੀ, ਜਿਹੜੇ ਇੱਥੋਂ ਤੱਕ ਜਦੋਂ ਕੋਈ ਲਹਿਰ ਚੱਲੀ ਜਾਵੇ ਤੇ ਉਹਦੇ ਆਗੂਆਂ ਦੇ ਹੌਸਲੇ ਡਿੱਗਣ, ਇਹ ਤਾਂ ਹੋ ਹੀ ਨਹੀਂ ਸਕਦਾ ਜੀ। ਜੀ ਬਲਦੇਵ ਜੀ, ਇੱਕ ਹੋਰ ਅਹਿਮ ਸਵਾਲ, ਬਲਦੇਵ ਜੀ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ, ਇੱਕ ਹੋਰ ਅਹਿਮ ਸਵਾਲ, ਕਿਉਂਕਿ ਮੈਂ ਇਸ ਕਰਕੇ ਲੈ ਰਿਹਾ, ਤੁਸੀਂ ਟਿਕਰੀ ਬਾਰਡਰ ਤੇ ਬੈਠੇ ਹੋ, ਅਕਸਰ ਜਿੱਥੇ ਇਹ ਕਿਹਾ ਜਾ ਰਿਹਾ ਕਿ ਜੀ ਮਾੜੇ ਅਨਸਰ ਦਾਖਲ ਹੋ ਗਏ ਹੈ। ਬਲਦੇਵ ਜੀ, ਜਿਹੜਾ ਇਸ ਮਾਮਲੇ ਨਾਲ ਜੁੜਿਆ ਵਾ ਵੱਡਾ ਸਵਾਲ ਆ, ਮਾੜੇ ਅਨਸਰਾਂ ਦੀ ਜਦੋਂ ਗੱਲ ਕਰਦੇ ਆ ਲੋਕ,
ਤਾਂ ਪੰਜਾਬ ਦੇ ਚੋਂ ਸਾਡੀਆਂ ਕਿੰਨੀਆਂ ਕੁ ਮਾਵਾਂ, ਕਿੰਨੀਆਂ ਕੁ ਭੈਣਾਂ, ਕਿੰਨੀਆਂ ਕੁ ਧੀਆਂ ਉਹ ਵੀ ਮੋਰਚੇ ਨੂੰ ਜੁਆਇਨ ਕਰ ਰਹੀਆਂ, ਬਾਰਡਰ ਦੇ ਉੱਤੇ ਪਹੁੰਚੀਆਂ ਵੀ ਆ। ਇਹੋ ਜਿਹੇ ਹਾਲਾਤ 'ਚ ਜੇ ਉੱਥੇ ਮਾੜਾ ਆਨਸਰ ਹੋਵੇ ਤਾਂ ਸਾਡੀਆਂ ਮਾਵਾਂ, ਸਾਡੀਆਂ ਧੀਆਂ ਭੈਣਾਂ ਕਿਵੇਂ ਜਾ ਸਕਦੀਆਂ ਉੱਥੇ? ਕਿੰਨੀ ਕੁ ਗਿਣਤੀ 'ਚ ਆ ਰਹੀਆਂ ਸਾਡੀਆਂ ਮਾਵਾਂ ਤੇ ਭੈਣਾਂ ਬਲਦੇਵ ਜੀ ਉੱਥੇ, ਜਿੱਥੇ ਕਹਿ ਰਿਹਾ ਕਿ ਮਾੜੇ ਆਨਸਰ ਬੈਠੇ ਹੈ? ਬਹੁਤ ਵੱਡੀ ਗਿਣਤੀ ਦੇ ਵਿੱਚ ਜੀ। ਮੈਂ ਤੁਹਾਨੂੰ ਕੱਲ ਦੀ ਕੋਈ ਗੱਲ ਦੱਸਦਾ ਕਿ ਘੱਟੋ ਘੱਟ 1000 ਦੇ ਲਗਭਗ ਸਾਡੀਆਂ ਆਂਗਣਵਾੜੀ ਵਾਲੀਆਂ ਜਿਹੜੀਆਂ ਮੁਲਾਜ਼ਮਾਂ ਨੇ, ਸਾਡੀਆਂ ਭੈਣਾਂ ਵਰਕਰ ਤੇ ਹੈਲਪਰ, ਉਹ ਸਾਡੇ ਕੋਲੇ ਆਈਆਂ, ਉਹ ਪੂਰੀ ਹਮਾਇਤ ਦੇ ਕੇ ਗਈਆਂ। ਇਸੇ ਤਰ੍ਹਾਂ ਹੀ ਜਿਹੜੇ ਹੈਗੀਆਂ ਸਟੂਡੈਂਟਸ ਨੇ, ਜਿਹੜੀਆਂ ਵਿਦਿਆਰਥਣਾਂ ਸਾਡੀਆਂ ਬੱਚੀਆਂ, ਉਹ ਰੋਜ਼ਾਨਾ ਇੱਥੇ ਆ ਰਹੀਆਂ। ਦੂਸਰੀ ਗੱਲ ਜਿਹੜੀ ਉਹ ਬਹੁਤ ਘੁੰਮੀ ਆ, ਜਿਹੜੀ ਤੁਸੀਂ ਪੋਸਟਰ ਵਾਲੀ ਗੱਲ ਕਰਦੇ ਹੋ, ਕਿਸੇ ਨੂੰ ਜੇਲ੍ਹ ਦੇ ਵਿੱਚੋਂ ਛੁਡਾਉਣ ਵਾਲੀ ਗੱਲ ਕਰਦੇ ਹੋ, ਉਹ ਟਿਕਰੀ ਬਾਰਡਰ ਦੇ ਜਿਹੜੇ ਹੈਗੇ ਆ ਉਹ ਪੋਸਟਰ ਨਹੀਂ ਹੈਗੇ ਜੀ। ਅਸੀਂ ਤਾਂ ਮੈਟਰੋ ਦੇ ਪੁਲਾਂ ਦੇ ਥੱਲੇ ਬੈਠੇ ਆ, ਤੁਸੀਂ ਉਹਨੂੰ ਦੇਖੋ ਤਾਂ ਸਹੀ। ਮੈਟਰੋ ਦਾ ਤਾਂ ਪੁਲ ਤਾਂ ਉਹ ਆਉਂਦੇ ਨਹੀਂ, ਉਹ ਪਤਾ ਨਹੀਂ ਕਿੱਥੋਂ ਬਣਾ ਕੇ, ਕਿਹਨੇ ਬਣਾ ਕੇ ਉਹ ਸ਼ੋਸ਼ੇ ਛੱਡੇ ਆ। ਬਹੁਤ ਚੁਕੰਨੇ ਆ, ਬਹੁਤ ਧਿਆਨ ਦਿੱਤਾ ਹੋਇਆ ਕਿ ਇਹੋ ਜਿਹੀਆਂ ਜਿਹੜੀਆਂ ਦੇਖੋ ਸਾਡੀਆਂ ਜਿਹੜੀਆਂ ਜਥੇਬੰਦੀਆਂ ਜੀ, ਉਹ ਸਾਰੀਆਂ ਨੇ ਡਿਊਟੀ, ਹੁਣ ਡਿਊਟੀਆਂ ਵੰਡੀਆਂ ਹੋਈਆਂ। ਅਸੀਂ 24 ਘੰਟੇ ਡਿਊਟੀ ਹੈ ਜੀ, ਸ਼ਾਮ ਰਾਤ ਨੂੰ ਵੀ ਤੇ ਦਿਨੇ ਵੀ, ਪੂਰੀ ਬਾਜ਼ ਅੱਖ ਰੱਖੀ ਹੋਈ ਆ। ਕਿਸੇ ਨੂੰ ਵੀ ਮਗਰ ਕੋਈ ਸ਼ਰਾਰਤੀ ਅਨਸਰ ਸਾਨੂੰ ਮਿਲ ਜਾਂਦਾ, ਉਹਨੂੰ ਧੌਣ ਤੋਂ ਫੜ ਲੈਂਦੇ ਆ ਅਸੀਂ ਤੇ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਆ। ਪੁਲਿਸ ਇਹਨਾਂ ਦੀ ਉਹ ਗਾਹਾਂ ਕੀ ਕਰਦੀ ਆ ਇਹ ਪਤਾ ਹੀ ਆ ਵੀ ਉਹ ਛੱਡ ਦਿੰਦੀ ਆ ਜੀ ਉਹਨਾਂ ਨੂੰ। ਇਸ ਕਰਕੇ ਜਿਹੜਾ ਹੈਗਾ ਅਸੀਂ ਮਤਲਬ ਇੱਥੇ ਤਾਂ ਕੋਈ ਚਿੜੀ ਨਹੀਂ ਫਰਕਣ ਦਿੰਦੇ, ਪੂਰਾ ਧਿਆਨ ਰੱਖਿਆ ਹੋਇਆ ਜੀ। ਹਾਂਜੀ ਹਾਂਜੀ, ਥੈਂਕ ਯੂ ਵੈਰੀ ਮਚ ਬਲਦੇਵ ਜੀ। ਮੈਂ ਦੁਬਾਰਾ ਆਵਾਂਗਾ ਤੁਹਾਡੇ ਵਾਲੇ ਇਸ ਮੁੱਦੇ ਤੇ। ਸੋਹੇਲ ਜੀ, ਤੁਸੀਂ ਕਿਸਾਨ ਨੇਤਾ ਦੇ ਬਲਦੇਵ ਜੀ ਦੇ ਕਮੈਂਟ ਸੁਣੇ ਹੈਗੇ ਆ, ਜਿਹੜੇ ਪੰਜਾਬ ਦੀ ਗੱਲ ਕੀਤੀ ਜਾਂਦੀ ਸੀ, ਹੁਣ ਜਿਹੜੀਆਂ ਕੋਈ ਤਰ੍ਹਾਂ ਇਹ ਵੀ ਕਹਿ ਰਹੇ ਕਿ ਪੰਜਾਬ ਤਾਂ ਨਵੇਂ ਸਿਰੇ ਤੋਂ ਜਿਉਂਦਾ ਹੋ ਗਿਆ। ਆਪਾਂ ਜਿਹੜੇ ਨੌਜਵਾਨ ਦੀ ਗੱਲ ਕਰਦੇ ਸੀ, ਅੱਜ ਉਹ ਨੌਜਵਾਨ ਮੋਹਰੀ ਹੋ ਕੇ ਲੜ ਰਹੇ ਹੈ। ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾ ਰਹੀ ਹੈ। ਹਜ਼ਾਰਾਂ ਦੇ ਕਾਫਲੇ ਦਿੱਲੀ ਨੂੰ ਰੋਜ਼ ਜਾ ਰਹੇ ਹੈ ਆਪਣੇ ਹਿੱਤਾਂ ਦੀ ਖਾਤਰ, ਆਪਣੀ ਲੜਾਈ ਦੀ ਖਾਤਰ। ਇਹ ਜਿਹੜਾ ਬਦਲ ਰਿਹਾ ਪੰਜਾਬ ਹੈ, ਇਹਨੂੰ ਸੋਹੇਲ ਜੀ ਕਿਵੇਂ ਦੇਖਦੇ ਹੋ? ਇਹਦੇ 'ਚ ਮਾੜੇ ਅਨਸਰ ਕਿੱਥੇ ਨਜ਼ਰ ਆ ਰਹੇ ਆ ਤੁਹਾਨੂੰ? ਪੰਜਾਬ ਦੀ ਤਾਂ ਰੂਪਰੇਖਾ ਹੀ ਬਦਲਦੀ ਨਜ਼ਰ ਆ ਰਹੀ ਹੈ। ਸਿੱਧੂ ਸਾਹਿਬ, ਪਹਿਲਾਂ ਤਾਂ ਮੈਂ ਜੋ ਸਰਦਾਰ ਬਲਦੇਵ ਸਿੰਘ ਨੇ ਦੱਸਿਆ ਹੈ, ਇਹਨਾਂ ਨੇ ਟਿਕਰੀ ਬਾਰਡਰ ਬਾਰੇ ਗੱਲ ਕੀਤੀ ਹੈ ਕਿ ਉੱਥੇ ਜਿੰਨਾ ਅਨੁਸ਼ਾਸਨ ਦੇ ਨਾਲ ਤੇ ਜਿੰਨਾ ਲੋਕਾਂ ਦਾ ਪਿਆਰ ਜਿੱਤ ਰਹੇ ਨੇ ਇਹ, ਚਾਹੇ ਉਹ ਪੰਜਾਬ ਤੇ ਹਰਿਆਣੇ ਦੇ ਹੋਣ, ਦਿੱਲੀ ਦੇ ਹੋਣ। ਮੈਂ ਖੁਦ, ਮੇਰੀ ਵਾਈਫ ਤੇ ਮੇਰਾ ਬੇਟਾ ਸੀ, ਅਸੀਂ 5 ਦਸੰਬਰ ਨੂੰ ਸਿੰਘੂ ਬਾਰਡਰ ਤੇ ਗਏ ਸੀਗੇ ਤੇ ਉੱਥੇ ਅਸੀਂ ਖੁਦ ਅੱਖੀਂ ਦੇਖ ਕੇ ਆਏ ਆ ਇਹ ਸਾਰਾ ਨਜ਼ਾਰਾ, ਇਹ ਕਿੰਨਾ ਲੋਕਾਂ 'ਚ ਉਤਸ਼ਾਹ ਤੇ ਪੰਜਾਬ ਦਾ ਜੋ ਨੌਜਵਾਨ ਦਾ ਤੇ ਕਿਸਾਨਾਂ ਨੇ ਜੋ ਏਡਾ ਵੱਡਾ ਮੁਕਾਮ ਤੇ ਲੈ ਕੇ ਗਏ ਸੰਘਰਸ਼ ਨੂੰ। ਇਸ ਨੂੰ ਮੈਂ ਇਸੇ ਕਰਕੇ ਬਾਰ-ਬਾਰ ਇਹਨਾਂ ਨੂੰ ਜਿਹੜਾ ਸਲੂਟ ਕਰਦਾ ਹਾਂ ਕਿ ਉੱਥੇ ਸਾਰੇ ਲੋਕੀ ਹੋਰ ਸਟੇਟਾਂ ਦੇ, ਹਰਿਆਣਾ ਦੇ ਲੋਕਾਂ ਨੇ ਸਾਨੂੰ ਲੱਡੂ ਖਵਾਏ, ਪਿੰਨੀਆਂ ਖਵਾਈਆਂ, ਕਿਸੇ ਘਰੋਂ ਬਣਾ ਕੇ ਲਿਆਏ ਹੈ। ਉੱਥੋਂ ਦੇ ਜਾਟ ਜਿਹੜੇ ਜਿਵੇਂ ਆਮ ਨਾ ਜੋ ਸੱਥਾਂ 'ਚ ਬੈਠਦੇ ਹੈ, ਹੁੱਕਾ ਰੱਖ ਕੇ ਉਹਦੇ ਆਲੇ ਦੁਆਲੇ ਬਹਿ ਜਾਂਦੇ ਹੈ, ਉਹਨਾਂ ਨਾਲ ਉਹਨਾਂ ਨੇ ਸਾਡੇ ਨਾਲ ਮਿਲ ਕੇ ਪੰਜਾਬ ਹਰਿਆਣਾ ਏਕਤਾ ਦੇ ਨਾਅਰੇ ਲਾਏ। ਅਸੀਂ ਉੱਥੇ ਖੁਦ ਲਾ ਕੇ ਆਏ ਪੰਜਾਬ ਹਰਿਆਣਾ ਏਕਤਾ ਦੇ। ਤੇ ਮਤਲਬ ਇੰਨਾ ਉਤਸ਼ਾਹ ਜਿਹੜਾ ਲੋਕਾਂ 'ਚ ਦੇਖਿਆ ਗਿਆ। ਤੇ ਕਿਹਨੇ ਕੀਤਾ ਇਹ ਮੇਰੇ ਕਿਸਾਨ ਭਰਾ ਜਿਵੇਂ ਸਰਦਾਰ ਬਲਦੇਵ ਸਿੰਘ ਵਰਗੇ ਬੈਠੇ ਨੇ, ਇਹਨਾਂ ਲੋਕਾਂ ਨੇ ਇਹ ਪੰਜਾਬ ਦੀ ਜਿਹੜੀ ਦਿੱਖ ਸੀ ਨਾ ਜੀ, ਉਹਨੂੰ ਬਹੁਤ ਸੁਧਾਰਿਆ। ਉਹਨਾਂ ਨੇ ਪੰਜਾਬ ਦੇ ਜਿਹੜੇ ਲੋਕਾਂ ਨੂੰ ਬਦਨਾਮ ਕਰ ਰਹੇ ਸੀਗੇ, ਪੰਜਾਬ ਇੱਦਾਂ ਦਾ, ਇੱਦਾਂ ਉਲਟਾ, ਪੰਜਾਬ ਫਲਾਣਾ ਤਿਮਕਾ ਨਸ਼ਿਆਂ ਦਾ, ਅੱਜ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਜਗਾਇਆ ਤੇ ਇਹਦਾ ਅਸਰ ਬਹੁਤ ਦੂਰ ਤੱਕ ਹੋਏਗਾ ਜੀ। ਮੈਨੂੰ ਤਾਂ ਲੱਗਦਾ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਵੀ ਇੱਕ ਵੱਡਾ ਜਿਹੜਾ ਤੂਫਾਨ ਲੱਗਦਾ ਮੈਨੂੰ ਬਿਲਡ ਅਪ ਹੋ ਰਿਹਾ ਹੈ, ਉਹ ਵੀ ਇਸ ਦਾ ਇਸ ਸੰਘਰਸ਼ ਦਾ ਇੱਕ ਅਸਰ ਹੋਏਗਾ, ਦੇਖਣ ਨੂੰ ਮਿਲੇਗਾ। ਤੇ ਇੱਕ ਆਸ ਦੀ ਕਿਰਨ ਕਿ ਪੰਜਾਬ ਦੀ ਜਿਹੜੀ ਹੈਗੀ ਹੈ ਬਿਹਤਰੀ ਵਾਸਤੇ, ਇਹ ਅੱਗੇ ਵਾਸਤੇ ਜਿਹੜੇ ਇਹਨਾਂ ਨੇ ਜਿਹੜੇ ਮਤਲਬ ਇੰਨਾ ਵੱਡਾ ਕੰਮ ਕੀਤਾ ਹੈ, ਉਹਦੇ ਅਸਰ ਦਿਖਣਗੇ ਸਾਨੂੰ ਅਸਰ ਪੰਜਾਬ ਦੇ ਵਿੱਚ ਵੀ, ਇੱਥੋਂ ਦੀ ਸਿਆਸਤ ਵਿੱਚ ਵੀ। ਤੇ ਇਹ ਜਿਹੜੀ ਲੜਾਈ ਬਾਰਡਰ ਤੇ ਲੜੀ ਜਾ ਰਹੀ ਹੈਗੀ ਹੈ, ਇਹ ਤਾਂ ਜਿੱਤਣੀ ਯਕੀਨੀ ਹੈ। ਮੈਂ ਤਾਂ 100% ਤੋਂ 200% ਤੁਹਾਨੂੰ ਯਕੀਨ ਹੈਗਾ ਕਿ ਜਿਸ ਹਿਸਾਬ ਨਾਲ, ਜਿਸ ਤਰੀਕੇ ਨਾਲ, ਜਿਸ ਸੂਝ-ਬੂਝ ਨਾਲ, ਜਿਸ ਹੌਸਲੇ ਨਾਲ ਇਹ ਸਾਡੇ ਭਰਾ ਲੜਾਈ ਲੜ ਰਹੇ ਨੇ, ਇਹ ਜ਼ਰੂਰ 100% 200% ਜਿੱਤਣਗੇ। ਤੇ ਪੰਜਾਬ ਦਾ ਇਹ ਪੰਜਾਬ ਦੇ ਅੰਦੋਲਨ ਨੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਜਗਾਇਆ ਹੈ, ਹਿੰਦੁਸਤਾਨ ਦੇ ਵਰਕਰਾਂ ਨੂੰ ਜਗਾਇਆ, ਮਜ਼ਦੂਰਾਂ ਨੂੰ ਜਗਾਇਆ। ਤੇ ਇਹ ਜਿਹੜੀ ਇਹਨਾਂ ਨੇ ਇਹ ਐਡਾ ਵੱਡਾ ਕੰਮ ਕੀਤਾ ਹੈ। ਪੰਜਾਬ ਨੇ ਲੀਡ ਦੇਖੋ, ਇਤਿਹਾਸ ਪੜ੍ਹਦੇ ਹੁੰਦੇ ਸੀ ਕਿ ਪੰਜਾਬ
ਹਮੇਸ਼ਾ ਲੀਡ ਲੈਂਦਾ ਹੈ ਹਿੰਦੁਸਤਾਨ ਦਾ, ਜਿਹੜਾ ਰਖਵਾਲਾ ਵੀ ਹੈ, ਬਾਰਡਰ ਤੇ ਰਖਵਾਲੇ ਕਰਦਾ ਹੈ ਤੇ Yes. ਇਹਦਾ ਪੇਟ ਵੀ ਪਾਲਦਾ ਹੈ। ਅੱਜ ਸਾਬਤ ਹਮ। ਕਰਤਾ ਜੀ ਲੋਕਾਂ ਨੇ, ਇਹਨਾਂ ਨੇ ਸਾਬਤ ਬਿਲਕੁਲ, ਕਰਤਾ thank you, sir. ਥੈਂਕ ਯੂ ਵੈਰੀ ਮਚ ਜੀ। ਗੁਰਵੀਰ ਚਾਵਲਾ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਬਿਲਕੁਲ ਜੀ। ਜੀ ਗੁਰਬੀਰ ਜੀ, ਜਿਹੜਾ ਆਖਰੀ ਸਵਾਲ ਮੈਂ ਤੁਹਾਡੇ ਤੋਂ ਇਸ ਮੁੱਦੇ ਤੇ ਲੈਣ ਲੱਗਿਆ ਹਾਂ, ਜਿਹੜੇ ਪੰਜਾਬ ਦੇ ਕਾਫਲੇ ਜਾ ਰਹੇ ਆ, ਇੱਕ ਪਾਸੇ ਤਾਂ ਕੇਂਦਰ ਦਾ ਨਾਂ ਪੱਖੀ ਵਤੀਰਾ, ਤੁਸੀਂ ਬਿਲਕੁਲ ਆਖਰ ਤੇ ਉਸ ਪੜਾਅ ਦੇ ਵਿੱਚ ਬੈਠੇ ਹੋ ਜਿੱਥੋਂ ਇੱਕ ਅੱਧ ਦਿਨ ਪਹਿਲਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਹੈਗੇ ਦਿੱਲੀ ਵੱਲ ਨੂੰ ਕੂਚ ਕੀਤਾ ਹੈ। ਜਾਣੀ ਕਿਸਾਨਾਂ ਦੇ ਚਿਹਰਿਆਂ ਤੇ ਕੋਈ ਲੱਗਦਾ ਕਿ ਕੇਂਦਰ ਹਾਂ ਕਹਿੰਦਾ ਜਾਂ ਨਾ ਕਹਿੰਦਾ ਹੈ, ਕੋਈ ਅਸਰ ਹੈ? ਕਿਹੋ ਜਿਹਾ ਮੂਡ ਹੈ ਕਿਸਾਨੀ ਦਾ ਜਦੋਂ ਦਿੱਲੀ ਵੱਲ ਨੂੰ ਜਾ ਰਿਹਾ ਹੈ? ਤੁਸੀਂ ਤਾਂ ਉਹਨਾਂ ਨੂੰ ਬਿਲਕੁਲ ਮਿਲੇ ਹੋਵੋਗੇ, ਨਜ਼ਦੀਕ ਤੋਂ ਉਹਨਾਂ ਨਾਲ ਗੱਲ ਕੀਤੀ ਹੋਏਗੀ। ਗੁਰਪ੍ਰੀਤ ਜੀ ਜੀ ਦੇਖੋ ਜਗਤਾਰ ਜੀ, ਜਿਹੜੇ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨ ਇੱਕ ਮਨ ਬਣਾ ਚੁੱਕਾ ਹੈ, ਬਿਲਕੁਲ ਸਟ੍ਰੇਟ ਫਾਰਵਰਡ ਮਨ ਬਣਾ ਚੁੱਕਾ ਹੈ ਔਰ ਜਿੱਤ ਦੀ ਨਿਸ਼ਾਨ ਲੈ ਕੇ ਜਾ ਰਿਹਾ। ਜੇ ਆਪਾਂ ਕਹੀਏ ਨਾ ਕਿ ਜਿੱਤ ਦੇ ਨਿਸ਼ਾਨ ਉਹ ਨਾਲ ਲੈ ਕੇ ਜਾ ਰਿਹਾ, ਚਾਹੇ ਉਹ ਕਿਸੇ ਵੀ ਝੰਡੇ ਦੇ ਬੈਨਰ ਦੇ ਹੇਠ ਹੈ, ਉਹਦੇ ਵਿੱਚ ਕੋਈ ਅੰਤਰ ਨਹੀਂ ਹੈ। ਦੇਖੋ ਬਹੁਤ ਵੱਡੀ ਇੱਕ ਐਗਜ਼ਾਮਪਲ ਸੀ ਕਿ ਆਪਾਂ ਪਹਿਲਾਂ ਤਾਂ ਇੱਕ ਧੜੇਬਾਜ਼ੀ 'ਚ ਵੰਡੇ ਸੀ, ਦੂਸਰਾ ਆਪਾਂ ਵੱਖ-ਵੱਖ ਕਿਸਾਨ ਜਥੇਬੰਦੀਆਂ 'ਚ ਵੰਡੇ ਸੀ। ਜਿਹੜੇ ਮਤਭੇਦ ਸੀ ਜਾਂ ਮਨਭੇਦ ਸੀ ਉਹ ਕਿਤੇ ਨਾ ਕਿਤੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਇਕੱਤਰ ਨਹੀਂ ਸੀ ਹੋਣ ਦਿੰਦੇ। ਹੁਣ ਕੁਝ ਮਤਭੇਦ ਨਹੀਂ ਹੈ, ਕੋਈ ਰਾਜਨੀਤੀ ਨਹੀਂ ਹੈ। ਹੁਣ ਮੁੱਦਾ ਇੱਕ ਹੈ ਕਿ ਕਾਨੂੰਨ ਰੱਦ ਕਰਵਾਣੇ ਨੇ ਜਾਂ ਸਭ ਨੂੰ, ਜਿਹੜਾ ਕਿ ਨਾਲ ਵਿੱਚ ਵੀ ਜਿਹੜਾ ਇੱਕ ਜਥੇਬੰਦੀਆਂ ਨੇ ਲੀਡਰਸ ਨੂੰ ਜਿਹੜਾ ਇੱਕ ਮੈਸੇਜ ਹੈ ਜਾਂ ਸਭ ਨੂੰ, ਉਹੋ ਹੀ ਇੱਕ ਮੈਸੇਜ ਜਿਹੜਾ ਇੱਥੋਂ ਦੇ ਕਿਸਾਨ ਲੈ ਕੇ ਜਾ ਰਹੇ ਨੇ ਔਰ ਰੂਟੀਨ 'ਚ ਜਾ ਰਹੇ ਨੇ। ਕੱਲ ਜਿਹੜਾ ਜਥਾ ਗਿਆ ਬਹੁਤ ਵੱਡੀ ਤਾਦਾਦ ਦੇ ਵਿੱਚ ਟਰਾਲੀਆਂ ਦਾ ਗਿਆ, ਉਹਦੇ ਤੋਂ ਇਲਾਵਾ ਜਿਹੜੇ ਲੋਕ ਉੱਥੇ ਬੈਠੇ ਨੇ, ਚਾਹੇ ਉਹ ਕਲਾਨੌਰ ਤੋਂ ਬਿਲਕੁਲ ਲਾਸਟ ਪਿੰਡ, ਜਿਹੜਾ ਮੈਂ ਗੱਲ ਕਰਾਂ ਡੇਰਾ ਬਾਬਾ ਨਾਨਕ ਕਲਾਨੌਰ, ਜਿਹੜੀ ਸਰਹੱਦ ਜਿਹੜੀ ਆਪਾਂ ਦੀ ਦੇਸ਼ ਦੀ ਹੈ, ਉੱਥੋਂ ਜਿਹੜੀ ਟਰਾਲੀਆਂ ਜਾ ਰਹੀਆਂ ਜੇ ਉੱਥੋਂ ਦੇ ਕੀ ਹੈ, ਇੱਕ ਰੂਟੀਨ ਬਣ ਚੁੱਕੀ ਹੈ। ਰੋਜ਼ ਦੀ ਰੋਜ਼ਾਨਾ ਇੱਕ ਬੱਸ ਜਾਂਦੀ ਹੈ ਜਿਹੜੀ ਫ੍ਰੀ ਸਰਵਿਸ ਦਿੱਤੀ ਗਈ ਹੈ ਕਿਸੇ ਵੱਲੋਂ, ਔਰ ਫ੍ਰੀ ਸਰਵਿਸ ਲੋਕਾਂ ਵੱਲੋਂ ਵੀ NGO ਤੌਰ ਤੇ ਲੋਕ ਇਹ ਇੱਕ ਵਰਗ ਦਾ ਰਹਿ ਚੁੱਕਾ ਨਹੀਂ ਹੈ, ਇੱਕ ਵਰਗ ਨਹੀਂ ਰਹਿ ਚੁੱਕਾ। ਜਿੱਦਾਂ ਐਡਵੋਕੇਟ ਸਾਹਿਬ ਨੇ ਕਿਹਾ ਕਿ ਮੈਂ ਵੀ ਹੋ ਕੇ ਆਇਆ, ਇੱਕ ਪੱਤਰਕਾਰ ਆਪਣੀ ਉੱਥੇ ਜ਼ਿੰਮੇਵਾਰੀ ਆਪਣੇ ਤੌਰ ਤੇ ਕੋਈ ਨਿਭਾ ਰਿਹਾ, ਕੋਈ ਉੱਥੇ ਕੋਈ ਕੰਬਲ ਵੰਡ ਰਿਹਾ ਜਾਂ ਕਿਸੇ ਵੀ ਤਰੀਕੇ ਨਾਲ ਆਪਣਾ ਹਿੱਸਾ ਪਾ ਰਿਹਾ ਉਸ ਐਜੀਟੇਸ਼ਨ ਦੀ। ਰੀਜ਼ਨ ਇੱਕੋ ਹੀ ਹੈ ਕਿਉਂਕਿ ਉਹਨੂੰ ਅੱਜ ਚਿੰਤਾ ਆਪਣੀ ਹੈ, ਕਿਸਾਨ ਦੀ ਚਿੰਤਾ ਦੇ ਨਾਲ ਨਾਲ ਉਹਨੂੰ ਆਪਣੀ ਵੀ ਚਿੰਤਾ, ਕਿਉਂਕਿ ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਕਿਸਾਨੀ ਨਾਲ ਜੁੜਿਆ, ਚਾਹੇ ਮੈਂ ਕਿਸਾਨ ਨਹੀਂ ਹੈ ਨਾ ਮੈਂ ਕਿਸਾਨ ਦਾ ਸ਼ਾਇਦ ਫੈਮਿਲੀ ਨਾਲ ਜੁੜਿਆ ਹੋਵਾਂਗਾ, ਲੇਕਿਨ ਮੈਂ ਕਿਸਾਨੀ ਨਾਲ ਕਿਤੇ ਨਾ ਕਿਤੇ ਜੁੜਿਆ। ਪੰਜਾਬੀ ਹਰ ਬੰਦਾ, ਹਰ ਇਨਸਾਨ ਕਿਸਾਨੀ ਨਾਲ ਜੁੜਿਆ ਔਰ ਅੱਜ ਇਹ ਮੁੱਦਾ ਜਿਹੜਾ ਇਹ ਬਹੁਤ ਇੰਪੋਰਟੈਂਟ ਹੈ। ਔਰ ਕਿਸਾਨ ਜਾ ਰਹੇ ਨੇ, ਉਹ ਇੱਕ ਜਿੱਤ ਦਾ ਨਿਸ਼ਾਨ ਲੈ ਕੇ ਜਾ ਰਹੇ ਨੇ। ਤੈਅ ਹੈ ਉਹਨਾਂ ਦੀ ਔਰ ਜਿੱਤ ਲੈ ਕੇ ਆਉਣਗੇ। ਸਮਾਂ ਜ਼ਰੂਰ ਲੱਗ ਸਕਦਾ। ਚਾਵਲਾ ਜੀ, ਸਮੇਂ ਦੇ ਲਿਹਾਜ਼ ਨਾਲ ਇੱਕ ਅਹਿਮ ਸਵਾਲ ਹੋਰ ਲੈਣਾ ਚਾਹਾਂਗਾ। ਜਿੱਦਾਂ ਮੈਂ ਪਹਿਲਾਂ ਵੀ ਕਮੈਂਟਸ ਕੀਤੇ ਹੈ, ਤੁਸੀਂ ਬਾਰਡਰ ਤੇ ਬੈਠੇ ਹੋ, ਉਸ ਬਾਰਡਰ ਦੀ ਗੱਲ ਕਰਦੇ ਹੋ ਜਿੱਥੋਂ ਪਾਕਿਸਤਾਨ ਦੇ ਨਾਲ ਲੜਾਈਆਂ ਲੜੀਆਂ ਗਈਆਂ, ਕਿਸ ਤਰ੍ਹਾਂ ਤੁਹਾਡੇ ਸਰਹੱਦ ਦੇ ਲੋਕ ਰੋਟੀਆਂ ਤੇ ਟੋਕਰੇ ਲੈ ਕੇ ਫੌਜ ਦੀ ਸੇਵਾ ਕਰਦੇ ਰਹੇ ਹੈ। ਮੈਂ ਸਵਾਲ ਲੈਣਾ ਚਾਹੁੰਦਾ ਹਾਂ ਕਿ ਮੀਡੀਆ 'ਚ ਬਹੁਤ ਇਸ ਗੱਲ ਦਾ ਨੋਟਿਸ ਲਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ 'ਚ ਇੱਕ ਪਾਸੇ ਦਾ ਕਿਸਾਨ ਜਿਹੜਾ ਬਾਰਡਰ ਤੇ ਜਾ ਕੇ ਬੈਠਾ ਹੈ, ਦੂਜੇ ਪਾਸੇ ਉਹਨਾਂ ਦੇ ਜਿਹੜੇ ਬੇਟੇ ਹੈ ਅੱਜ ਵੀ ਫੌਜ ਦੀ ਸੇਵਾ ਕਰ ਰਹੇ ਹੈ, ਦੇਸ਼ ਦੀ ਰਾਖੀ ਕਰ ਰਹੇ ਹੈ। ਕਿੰਨੇ ਕਿਹੋ ਜਿਹੇ ਪਰਿਵਾਰ ਹੈ ਤੁਸੀਂ ਮਿਲੇ ਹੋਵੋਗੇ ਕਿ ਜਿਨ੍ਹਾਂ ਦੇ ਬਾਪ ਤਾਂ ਬੈਠੇ ਹੈ ਦਿੱਲੀ ਬਾਰਡਰ ਤੇ ਪੈਲੀਆਂ ਬਚਾਉਣ ਲਈ, ਤੇ ਜਿਨ੍ਹਾਂ ਦੇ ਬੇਟੇ ਬੈਠੇ ਆ ਸਰਹੱਦਾਂ ਤੇ, ਚਾਹੇ ਚੀਨ ਹੈ ਚਾਹੇ ਪਾਕਿਸਤਾਨ ਹੈ, ਆਪਣੇ ਦੇਸ਼ ਦੀ ਆਬਰੂ ਤੇ ਆਪਣੇ ਦੇਸ਼ ਦੀ ਹੱਦ ਬਚਾਉਣ ਦੇ ਲਈ। ਦੇਖੋ ਸਟ੍ਰੇਟ ਫਾਰਵਰਡ ਉਹਨਾਂ ਦਾ ਇੱਥੇ ਬਹੁਤ ਵੱਡੀ ਮੈਜੋਰਟੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਇਸ ਏਰੀਏ ਦੀ ਗੱਲ ਕੀਤੀ, ਮੈਂ ਇਸ ਏਰੀਏ ਦੀ ਗੱਲ ਕਰਾਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਹੋਣ ਵਾਲੇ ਫੌਜੀਆਂ ਦਾ ਨਾਮ ਇਸ ਏਰੀਏ ਦੇ ਵਿੱਚ ਮਿਲਦਾ। ਕਾਰਗਿਲ ਦੇ ਸ਼ਹੀਦਾਂ ਦੀ ਜੇ ਗੱਲ ਕਰੀਏ ਤਾਂ ਉਸ ਵੇਲੇ ਦੇ ਸ਼ਹੀਦ ਨੌਜਵਾਨ ਜਿਹੜੇ ਸੀ ਇਹ ਇਸ ਏਰੀਏ ਨੂੰ ਬਿਲੋਂਗ ਕਰਨ ਵਾਲੇ ਸੀ, ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਡਿਊਟੀਆਂ ਕਰ ਰਹੇ ਨੇ। ਉਹਨਾਂ ਦੇ ਪਰਿਵਾਰਾਂ ਦਾ ਕੀ ਕਹਿਣਾ? ਦੇਖੋ ਬੜੀ ਇੰਪੋਰਟੈਂਟ ਗੱਲ ਹੈ। ਇੱਕ ਪਾਸੇ ਦਾ ਨਕਸਲਵਾਦ ਦੀ ਗੱਲ ਆਖੀ ਜਾ ਰਹੀ ਹੈ, ਖਾਲਿਸਤਾਨ ਦੀ ਗੱਲ ਆਖੀ ਜਾ ਰਹੀ ਹੈ, ਜਾਂ ਇਹਨਾਂ ਨੂੰ ਚਾਈਨਾ ਨਾਲ ਜੋੜਿਆ ਜਾ ਰਿਹਾ ਜਾਂ ਪਾਕਿਸਤਾਨ ਨਾਲ ਜੋੜਿਆ ਜਾ ਰਿਹਾ। ਉਹਨਾਂ ਦਾ ਕਹਿਣਾ ਕਿ ਅਸੀਂ ਦੋਵੇਂ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ। ਦੇਸ਼ ਭਗਤ ਕੌਣ ਹੈ ਇਹ ਉਹ ਤੈਅ ਕਰਨ ਕਿ ਮੇਰਾ ਬੇਟਾ ਦੇਸ਼ ਦੀ ਰਾਖੀ ਕਰ ਰਿਹਾ, ਸਰਹੱਦ ਤੇ ਬੈਠਾ, ਮੈਂ ਆਪਣੇ ਹੱਕਾਂ ਦੀ ਰਾਖੀ ਕਰ ਰਿਹਾ ਦਿੱਲੀ ਦੀ ਹਰਿਆਣਾ ਦੀ ਸਰਹੱਦ ਤੇ ਬਹਿ ਕੇ। ਹੁਣ ਇਹ ਤੈਅ ਕਰੇ ਦੇਸ਼ ਦੀ ਸਰਕਾਰ ਕਿ ਦੇਸ਼ ਭਗਤ ਕੌਣ। ਹਜੇ ਵੀ ਜੇਕਰ ਇਹਨਾਂ ਨੂੰ ਬਾਰ-ਬਾਰ ਇੱਕ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਲਈ ਕਿਹਾ ਜਾ ਸਕਦਾ ਜਾਂ ਸੰਘਰਸ਼ ਨੂੰ ਇੱਕ
ਪਰਾਠੇ ਪਾਉਣ ਲਈ ਐਸੇ ਬਿਆਨਬਾਜ਼ੀਆਂ ਜਿਹੜੀਆਂ ਸਾਹਮਣੇ ਆ ਰਹੀਆਂ, ਮੈਂ ਤੇ ਸਿੱਧਾ ਸਟ੍ਰੇਟ ਫਾਰਵਰਡ ਕਹਾਂਗਾ ਐਜ਼ ਅ ਜਰਨਲਿਸਟ ਹੁੰਦੇ ਹੋਏ ਵੀ ਮੈਂ ਕਹਾਂਗਾ ਕਿ ਦੇਖੋ ਅੰਦੋਲਨ ਗੱਲ ਤਾਂ ਹੋ ਰਹੀ ਹੈ ਖੇਤੀ ਬਿੱਲ ਦੀ, ਖੇਤੀ ਕਾਨੂੰਨਾਂ ਦੀ, ਤਾਂ ਖਾਲਿਸਤਾਨੀਆਂ ਇਹ ਜਿਹੜੀਆਂ ਵਰਡਸ ਯੂਜ਼ ਕਰਦੇ ਇਹ ਸ਼ਾਇਦ ਇੱਕ ਸਵਾਲੀਆ ਨਿਸ਼ਾਨ ਖੜੇ ਕਰਦੇ ਨੇ ਉਹ ਲੀਡਰਾਂ ਦੇ ਉੱਤੇ ਔਰ ਉਹਨਾਂ ਲੋਕਾਂ ਦੇ ਉੱਤੇ। ਜੀ ਬਹੁਤ ਬਹੁਤ ਤੁਹਾਡੇ ਕਮੈਂਟਸ ਭਾਵਪੂਰਨ ਜਿਹੜੇ। ਬਲਦੇਵ ਜੀ ਆਖਰੀ ਕਮੈਂਟ ਤੁਹਾਡੇ ਤੋਂ, ਆਪਾਂ ਲੋਕਾਂ ਦੀ ਗੱਲ ਵੀ ਕਰ ਲਈ ਹੈ, ਸਰਕਾਰਾਂ ਦੀ ਗੱਲ ਵੀ ਕਰ ਲਈ ਹੈ, ਕਿਸਾਨ ਜਥੇਬੰਦੀਆਂ ਬਾਰੇ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ। ਜਿੱਦਾਂ ਦਾ ਦਬਾਅ ਬਣਿਆ ਹੋਇਆ ਹੈ ਕੇਂਦਰ ਵੱਲੋਂ ਜਿਹੜਾ ਬਾਰ-ਬਾਰ ਨਾ ਕੀਤਾ ਜਾ ਰਿਹਾ ਹੈ, ਕਿਸਾਨ ਜਥੇਬੰਦੀਆਂ ਥੜਕਣਗੀਆਂ ਤਾਂ ਨਹੀਂ, ਉਹ ਵੀ ਕਾਇਮ ਨੇ ਇਸ ਮੁੱਦੇ ਦੇ ਉੱਤੇ। ਜਿੱਦਾਂ ਉਹ ਬਿਆਨ ਤਾਂ ਦੇ ਰਹੇ ਆ ਆਰ ਪਾਰ ਦੀ ਲੜਾਈ ਦਾ, ਕਾਇਮ ਹੈ ਆਰ ਪਾਰ ਦੀ ਲੜਾਈ ਦਾ, ਕਿਉਂਕਿ ਕੇਂਦਰ ਨੇ ਕਹਿ ਦਿੱਤਾ ਕਿ ਅਸੀਂ ਤਾਂ ਸੋਧਾਂ ਕਰਾਂਗੇ, ਰੱਦ ਨਹੀਂ ਕਰਾਂਗੇ, ਪਰ ਲੋਕ ਪੂਰੇ ਨਾਲ ਖੜੇ ਆ ਕਿਸਾਨਾਂ ਦੇ। ਜੀ ਬਲਦੇਵ ਜੀ। ਦੇਖੋ ਸਿੱਧੂ ਸਾਹਿਬ, ਇਹ ਕੋਈ 2-4 ਦਿਨਾਂ ਦਾ ਜਿਹੜਾ ਅੰਦੋਲਨ ਆ ਉਹ ਤਾਂ ਨਹੀਂ ਹੁਣ ਰਹਿ ਗਿਆ ਜੀ। ਤੁਸੀਂ ਆਪ ਦੇਖ ਰਹੇ ਹੋ, ਪੂਰੀ ਦੁਨੀਆ ਦੇਖ ਰਹੀ ਆ। ਪਿਛਲੇ 3 ਮਹੀਨਿਆਂ ਤੋਂ ਲਾ ਕੇ ਇਹ ਘੋਲ ਆ ਜਿਹੜਾ ਲਗਾਤਾਰ ਅੱਗੇ ਵੱਧ ਰਿਹਾ ਜੀ। ਇਹ ਸਾਡੇ ਲੀਡਰਾਂ ਦੀ ਸੂਝ-ਬੂਝ ਦੇ ਨਾਲ, ਇਕਜੁੱਟਤਾ ਦੇ ਨਾਲ ਸਾਰੇ ਮਤਲਬ ਐਨ ਕਿੱਲ ਵਾਂਗੂ ਖੜੇ ਆ ਜੀ। ਇੱਕੋ ਹੀ ਗੱਲ ਆ, ਬਹੁਤ ਸਾਰੀਆਂ ਅਫਵਾਹਾਂ ਫੈਲਾਉਂਦੇ ਆ। ਅਮਿਤ ਸ਼ਾਹ ਦੀ ਮੀਟਿੰਗ ਦੀ ਗੱਲ ਵੀ ਹੋਈ ਆ ਜੀ, ਵੀ ਉੱਥੇ ਕਹਿੰਦੇ ਵੀ 13 ਕਿਸਾਨ ਜਥੇਬੰਦੀਆਂ ਬੁਲਾ ਲਈਆਂ ਜੀ। ਹੁਣ ਤਾਂ ਜੀ ਉਹ ਪਾਟ ਗਏ ਜੀ, ਉਹ ਰੁੱਸ ਗਿਆ ਜੀ, ਉਹਨਾਂ ਦੇ ਵਿੱਚੋਂ ਕੋਈ ਜੇ ਹੋ ਗਿਆ ਜੀ, ਵੋ ਹੋ ਗਿਆ ਜੀ। ਉਹ ਜਿਹੜੇ ਇਹੋ ਜਿਹੀਆਂ ਅਫਵਾਹਾਂ ਰੋਜ਼ਾਨਾ ਮਤਲਬ ਫੈਲਾਉਂਦੇ ਆ, ਤੇ ਦੂਜੇ ਦਿਨ ਉਹਨਾਂ ਦੇ ਮਤਲਬ ਜਿਹੜੇ ਜਵਾਬ ਦੇ ਵਿੱਚ ਇੱਧਰੋਂ ਸਾਡੇ ਵਾਲੇ ਇੱਕ ਦੇ ਨਾਲ ਉਹਨਾਂ ਦੇ ਮੂੰਹ ਤੇ ਚਪੇੜ ਵੱਜਦੀ ਹੈ ਜੀ। ਤੇ ਇਸ ਕਰਕੇ ਕੋਈ ਵੀ ਤਿਲਕਣਬਾਜ਼ੀ ਵਾਲੀ ਗੱਲ, ਕੋਈ ਵੀ ਕੋਈ ਢਿੱਲੀ ਪੋਲੀ ਗੱਲ ਬਿਲਕੁਲ ਨਹੀਂ ਹੈਗੀ ਜੀ। ਜਮਾ ਐਨ ਪੂਰੇ ਡਟ ਕੇ ਖੜੇ ਹੋਏ ਆ, ਕਿਸੇ ਸਾਨੂੰ ਕੋਈ ਚਿੰਤਾ ਨਹੀਂ। ਸਾਡੇ ਹੌਸਲੇ ਬੁਲੰਦ ਆ, ਲੋਕਾਂ ਦੇ ਨਾਲ ਜਿੰਨੀ ਇੰਨੀ ਸ਼ਾਬਾਸ਼ੇ, ਇੰਨਾ ਸਹਿਯੋਗ ਮਿਲ ਰਿਹਾ। ਤੇ ਤੁਸੀਂ ਇੱਕ ਦਿਨ ਸਾਨੂੰ ਜ਼ਰੂਰ ਤੁਹਾਡੇ ਚੈਨਲ ਰਾਹੀਂ ਜਿਹੜੀਆਂ ਹੈਗੀਆਂ ਪੂਰੀ ਦੁਨੀਆ ਨੂੰ ਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ, ਤੇ ਤੁਸੀਂ ਕਹੋਗੇ ਜੀ ਵਧਾਈਆਂ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਘਿਓ ਦੇ ਦੀਵੇ ਬਾਲਣਗੇ ਜੀ। ਅਸੀਂ ਬਹੁਤ ਪੀਸਫੁਲ ਜਿਹੜਾ ਹੈਗਾ ਇਸ ਅੰਦੋਲਨ ਨੂੰ ਚਲਾ ਰਹੇ ਹਾਂ। ਮਿਹਰਬਾਨੀ ਬਲਦੇਵ ਜੀ, ਅਸੀਂ ਸਮਰੱਥਾ ਰੱਖਦੇ ਹਾਂ ਲੰਮਾ ਚਲਾਉਣ ਵਾਸਤੇ। ਥੈਂਕ ਯੂ ਵੈਰੀ ਮਚ। ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ, ਮੇਰਾ ਇੱਕ ਮਹਿਮਾਨ ਗੁਰਪ੍ਰੀਤ ਸਿੰਘ ਚਾਵਲਾ ਪਾਕਿਸਤਾਨ ਲੱਗਦੇ ਬਾਰਡਰ ਤੇ ਬੈਠੇ ਹੈ, ਜਿਨ੍ਹਾਂ ਨੇ ਸੁਨੇਹਾ ਦਿੱਤਾ ਹੈ ਕਿ ਸਭ ਤੋਂ ਵੱਧ ਉਸ ਖਿੱਤੇ ਦੇ ਲੋਕ ਜਿਹੜੇ ਹੈਗਾ ਆਪਣੇ ਦੇਸ਼ ਦੀ ਖਾਤਰ ਸ਼ਹਾਦਤ ਦੇ ਚੁੱਕੇ ਹੈ ਤੇ ਹੁਣ ਬਾਰਡਰ ਦੇ ਦਿੱਲੀ ਤੇ ਲੜ ਰਹੇ ਆ ਕਿਸਾਨ ਹਿੱਤਾਂ ਦੀ ਖਾਤਰ। ਮੇਰੇ ਨਾਲ ਦੂਜੇ ਮਹਿਮਾਨ ਬਲਦੇਵ ਭਾਈ ਰੂਪਾ ਜੀ, ਜਿਹੜੇ ਦਿੱਲੀ ਬਾਰਡਰ ਤੇ ਬੈਠੇ ਹੈ ਤੇ ਸੰਘਰਸ਼ ਦਾ ਇੱਕ ਬਹੁਤ ਵੱਡਾ ਹਿੱਸਾ ਟਿਕਰੀ ਬਾਰਡਰ ਤੋਂ ਬੋਲ ਰਹੇ ਸੀ। ਮੇਰੇ ਨਾਲ ਤੀਜੇ ਮਹਿਮਾਨ ਸਰਜੀਤ ਸਿੰਘ ਸਵੈਦ ਜੀ, ਪੰਜਾਬ ਦੀ ਰਾਜਧਾਨੀ 'ਚ ਬੈਠ ਕੇ ਪੰਜਾਬ ਦੇ ਹੱਕ ਦੀ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਹੈ। ਮੈਂ ਤਿੰਨਾਂ ਹੀ ਮਹਿਮਾਨਾਂ ਨੂੰ ਮੇਰੀ ਬੇਨਤੀ ਜਿਹੜੀ ਪ੍ਰਵਾਨ ਕਰਕੇ ਚੈਨਲ ਤੇ ਆਉਣ ਲਈ, ਪੈਨਲ ਤੇ ਆਉਣ ਲਈ ਉਹਨਾਂ ਦਾ ਧੰਨਵਾਦੀ ਹਾਂ। ਤੇ ਜਿਹੜਾ ਬਲਦੇਵ ਜੀ ਨੇ ਸੁਨੇਹਾ ਦਿੱਤਾ ਹੈ ਕਿ ਅਸੀਂ ਜਿੱਤ ਕੇ ਘਰਾਂ ਨੂੰ ਮੁੜਾਂਗੇ ਤੇ ਤੁਹਾਡੇ ਚੈਨਲ ਤੇ ਦਿਆਂਗੇ ਸੁਨੇਹਾ। ਬਲਦੇਵ ਜੀ, ਕਿਸਾਨੀ ਦੇ ਉਹ ਜਿੱਤ ਦਾ ਤੇ ਉਸ ਸੁਨੇਹੇ ਦਾ ਰਹੇਗਾ ਸਾਨੂੰ ਵੀ ਇੰਤਜ਼ਾਰ। ਇਸ ਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।